ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ, ਇਸ ਵੀਡੀਓ ਦੇ ਵਿੱਚ ਅਸੀਂ ਕਲਾਸ 12th ਦਾ ਯੂਨਿਟ 2 ਸਟਾਰਟ ਕਰਨ ਜਾ ਰਹੇ ਹਾਂ। ਸੋ ਸੈਕੰਡ ਯੂਨਿਟ ਦਾ ਬੱਚੇ ਸਾਡਾ ਫਰਸਟ ਲੈਕਚਰ ਹੈ। ਸੋ ਕੁਝ ਬੁੱਕਸ ਦੇ ਵਿੱਚ ਬੱਚੇ ਚੈਪਟਰ ਨੰਬਰ 3 ਹੈ। ਅਕੋਰਡਿੰਗ ਟੂ ਪੰਜਾਬ ਬੋਰਡ ਉਹ ਯੂਨਿਟ ਵਾਈਜ਼ ਬੱਚੇ ਚੈਪਟਰਸ ਹੁੰਦੇ ਆ। ਮਤਲਬ ਫਰਸਟ ਯੂਨਿਟ ਦੇ ਵਿੱਚ 5 ਚੈਪਟਰਸ ਸੀ। CBSE ਦੇ ਅਕੋਰਡਿੰਗਲੀ 2 ਚੈਪਟਰ ਸੀ। ਸੋ CBSE ਦੇ ਅਕੋਰਡਿੰਗਲੀ ਬੱਚੇ ਸਾਡਾ 3rd ਚੈਪਟਰ ਸਟਾਰਟ ਹੋਣ ਲੱਗਾ। ਪੰਜਾਬ ਬੋਰਡ ਦੇ ਅਕੋਰਡਿੰਗਲੀ ਸੈਕੰਡ ਯੂਨਿਟ ਦਾ ਫਰਸਟ ਚੈਪਟਰ ਸਟਾਰਟ ਹੋਣ ਲੱਗਾ। ਠੀਕ ਹੈ ਸਰ ਬੱਚੇ, ਸਾਡਾ ਫਰਸਟ ਲੈਕਚਰ ਹੈ। ਇਸ ਲੈਕਚਰ ਦੇ ਵਿੱਚ ਪਹਿਲਾਂ ਦੇਖ ਲਓ ਅਸੀਂ ਕਿਹੜੀ ਜਿਹੜੇ ਆ ਸਿਲੇਬਸ ਦਾ ਪਾਰਟ ਆਪਾਂ ਕਵਰ ਕਰਨ ਵਾਲੇ ਹਾਂ। ਇਹਦੇ ਵਿੱਚ ਅਸੀਂ ਕਰੰਟ ਕੈਰਿੰਗ ਬਾਰੇ ਪੜ੍ਹਾਂਗੇ, ਕੀ ਹੁੰਦਾ ਇਲੈਕਟ੍ਰਿਕ ਕਰੰਟ ਕੀ ਹੁੰਦਾ ਆ। ਨੈਕਸਟ ਆ ਸੋ ਇਸ ਵੀਡੀਓ ਦੇ ਵਿੱਚ ਅਸੀਂ ਕਿਹੜੇ ਟੌਪਿਕਸ ਆ ਬੱਚੇ ਕਵਰ ਕਰਾਂਗੇ। ਸੋ ਦੇਖ ਲਓ, ਓਵਰਵਿਊ ਦੇਖ ਲਓ, ਅਸੀਂ ਕੀ ਟਰਮਸ ਜਿਹੜੀਆਂ ਦੇ ਵਿੱਚ ਪੜਾਂਗੇ। ਇੰਟਰੋਡਕਸ਼ਨ ਕਰਾਂਗੇ, ਕਰੰਟ ਕੈਰਿੰਗ ਕੀ ਆ, ਇਲੈਕਟ੍ਰਿਕ ਕਰੰਟ ਕੀ ਆ, ਦੈਨ ਡ੍ਰਿਫਟ ਵੈਲੋਸਿਟੀ, ਮੋਬਿਲਿਟੀ, ਓਮਸ ਲਾਅ, ਰੈਜ਼ਿਸਟੈਂਸ, ਰੈਜ਼ਿਸਟਿਵਿਟੀ। ਸੋ ਕਲਾਸੀਫਿਕੇਸ਼ਨ ਆਫ ਮਟੀਰੀਅਲ ਔਨ ਦਾ ਬੇਸਿਸ ਆਫ ਰੈਜ਼ਿਸਟਿਵਿਟੀ, ਲਾਈਕ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਤਾਂ ਐਲਫਾ ਦੀ ਵੈਲਿਊ ਨੂੰ ਕੀ ਹੋਏਗਾ। ਸੋ ਇੱਦਾਂ ਦੀਆਂ ਟਰਮਸ, ਠੀਕ ਹੈ। ਕੰਡਕਟੈਂਸ ਕੀ ਆ, ਕੰਡਕਟਿਵਿਟੀ ਕੀ ਆ। ਸੋ ਇਹ ਚੀਜ਼ਾਂ ਬੱਚੇ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ। ਜੋ ਰਜਿਸਟਰਸ ਆ ਔਰ ਕੰਬੀਨੇਸ਼ਨ ਆਫ ਰੈਜ਼ਿਸਟੈਂਸ ਆ ਬੱਚੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਸੋ ਆਪਾਂ ਇਸ ਵੀਡੀਓ ਦੇ ਵਿੱਚ ਕਹਿ ਲਓ ਕਿ 17 ਪੁਆਇੰਟ ਤੱਕ ਜਿਹੜਾ ਆ ਆਪਾਂ ਡਿਸਕਸ ਕਰਾਂਗੇ, ਕਿਉਂਕਿ ਚੈਪਟਰ ਵੈਸੇ ਤਾਂ ਬੱਚੇ ਦੇਖਣ 'ਚ ਬਹੁਤ ਜ਼ਿਆਦਾ ਲੈਂਥੀ ਨਹੀਂ ਆ, ਬਟ ਅਗਰ ਆਪਾਂ ਬਰੀਕੀ ਨਾਲ ਛੋਟੀਆਂ ਟਰਮਸ ਸਮਝਣੀਆਂ ਹੋਵੇ ਤਾਂ ਸਾਨੂੰ ਕਹਿ ਲਓ ਹਰ ਇੱਕ ਟਰਮ ਜਿਹੜੀ ਆ ਬਹੁਤ ਬਰੀਕੀ ਨਾਲ ਸਮਝਣੀ ਪਏਗੀ। ਸੋ ਬੱਚੇ ਫਾਰਮੂਲੇ ਆ, ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਲਿਖ ਸਕਦੇ ਆ। ਇੰਪੋਰਟੈਂਟ ਫਾਰਮੂਲਾ ਆ। ਨੰਬਰ 1 ਕੀ ਆ, ਇਲੈਕਟ੍ਰਿਕ ਕਰੰਟ। ਸੋ ਇਲੈਕਟ੍ਰਿਕ ਕਰੰਟ ਅਗਰ ਅਸੀਂ ਮੈਜਰ ਕਰਨਾ ਹੋਵੇ, I ਕਿਹਦੇ ਇਕੁਅਲ ਹੁੰਦਾ, Q ਡਿਵਾਈਡਡ ਬਾਈ T। ਅਕੋਰਡਿੰਗ ਟੂ ਕੁਆਂਟਾਈਜੇਸ਼ਨ ਆਫ ਚਾਰਜ, Q ਦੀ ਵੈਲਿਊ ਕਿਹਦੀ ਇਕੁਅਲ ਹੁੰਦੀ ਆ, NE। ਸੋ ਅਸੀਂ ਕੀ ਲਿਖ ਦਿੱਤਾ, I ਇਜ਼ ਇਕੁਅਲਸ ਟੂ, ਅਦਰਵਾਈਜ਼ ਬੱਚੇ Q ਇਜ਼ ਇਕੁਅਲਸ ਟੂ IT ਤੁਹਾਨੂੰ ਲਰਨ ਹੋਏਗਾ। ਸੋ ਇੱਥੋਂ ਅਗਰ ਅਸੀਂ ਕੱਲੀ I ਦੀ ਵੈਲਿਊ ਨਿਕਾਲਣੀ ਹੈ ਤਾਂ ਕੀ ਆ ਜਾਏਗਾ, Q ਡਿਵਾਈਡਡ ਬਾਈ T। Q ਮਤਲਬ ਕੁਆਂਟਾਈਜੇਸ਼ਨ ਆਫ ਚਾਰਜ ਕੀ ਆ, ਪਲੱਸ ਮਾਈਨਸ NE ਡਿਵਾਈਡਡ ਬਾਈ T। ਸੋ ਆ ਗਿਆ ਤੁਹਾਡਾ ਕਰੰਟ। ਕਰੰਟ ਦੇ ਵਿੱਚ ਯੂਨਿਟਸ ਕੀ ਹੁੰਦੇ ਆ, ਅੰਪੇਅਰ। ਨੈਕਸਟ ਆ ਜਾਓ ਇਲੈਕਟ੍ਰਿਕ ਰੈਜ਼ਿਸਟੈਂਸ। ਰੈਜ਼ਿਸਟੈਂਸ ਬੱਚੇ V ਇਜ਼ ਇਕੁਅਲਸ ਟੂ IR ਤੁਹਾਨੂੰ ਯਾਦ ਹੋਏਗਾ। ਸੋ R ਇੱਥੋਂ ਨਿਕਾਲ ਲੈਣਾ, ਦੈਟ ਇਜ਼ V ਡਿਵਾਈਡਡ ਬਾਈ I। ਠੀਕ ਹੈ ਜੀ। ਸੋ ਬੱਚੇ ਇਹਨੂੰ ਅਸੀਂ ਇੱਕ ਹੋਰ ਫਾਰਮੂਲਾ ਹੁੰਦਾ ਆ, ਰੋ ਇਜ਼ ਇਕੁਅਲਸ ਟੂ RL/A। ਸੋ ਇੱਥੋਂ ਵੀ ਅਸੀਂ R ਨਿਕਾਲ ਸਕਦੇ ਹਾਂ। ਸੋ R ਕਿਹਦੇ ਇਕੁਅਲ ਆ ਜਾਏਗਾ, ਰੋ, ਸੌਰੀ ਬੱਚੇ, ਨੈਕਸਟ ਫਾਰਮੂਲਾ ਆ ਇਲੈਕਟ੍ਰਿਕ ਰੈਜ਼ਿਸਟੈਂਸ। ਬੱਚੇ ਰੈਜ਼ਿਸਟੈਂਸ ਅਸੀਂ ਕਿਸ ਤਰੀਕੇ ਨਾਲ ਨਿਕਾਲ ਸਕਦੇ ਹਾਂ, ਸਾਨੂੰ ਪਤਾ V ਕਿਹਦੇ ਇਕੁਅਲ ਹੁੰਦਾ, IR ਦੇ। ਇੱਥੋਂ R ਨਿਕਾਲ ਲਓ, R ਕਿਹਦੇ ਇਕੁਅਲ ਆਏਗਾ, V ਡਿਵਾਈਡਡ ਬਾਈ I। ਸੋ ਇੱਕ ਫਾਰਮੂਲਾ ਇਹ ਬਣ ਗਿਆ। ਸੈਕਿੰਡ ਫਾਰਮੂਲਾ ਸਾਨੂੰ ਪਤਾ ਬੱਚੇ R ਕਿਹਦੇ ਇਕੁਅਲ ਹੁੰਦੀ ਆ, ਰੋ L/A। ਸੋ ਆਹ ਸੈਕਿੰਡ ਫਾਰਮੂਲਾ ਆ। ਸੋ ਅਸੀਂ ਲਿਖ ਦਿੱਤਾ R ਕਿਹਦੇ ਇਕੁਅਲ ਆ, V/I, ਅਤੇ R ਹੋਰ ਕਿਹਦੇ ਇਕੁਅਲ ਆ, ਰੋ L/A। ਸੋ R ਦੇ ਬੱਚੇ ਯੂਨਿਟਸ ਕੀ ਆ ਤੁਹਾਡੇ, ਓਮ। ਨੈਕਸਟ ਆ ਡ੍ਰਿਫਟ ਵੈਲੋਸਿਟੀ। ਬੱਚੇ ਡ੍ਰਿਫਟ ਵੈਲੋਸਿਟੀ ਦੇ ਦੋਨੋਂ ਰਿਲੇਸ਼ਨ ਚੰਗੀ ਤਰੀਕੇ ਨਾਲ ਯਾਦ ਕਰ ਲੈਣਾ। V ਦੇ ਪੈਰ ਵਿੱਚ D ਦਾ ਮਤਲਬ ਕੀ ਆ, ਡ੍ਰਿਫਟ ਵੈਲੋਸਿਟੀ ਇਜ਼ ਇਕੁਅਲਸ ਟੂ E ਟਾਊ ਡਿਵਾਈਡਡ ਬਾਈ M। ਸਮੋਲ e ਦਾ ਮਤਲਬ ਕੀ ਆ, ਇਲੈਕਟ੍ਰੋਨ ਤੇ ਚਾਰਜ, ਦੈਟ ਇਜ਼ 1.6 × 10⁻⁻19। ਕੈਪੀਟਲ E ਦਾ ਮਤਲਬ ਕੀ ਆ ਬੱਚੇ, ਇਲੈਕਟ੍ਰਿਕ ਫੀਲਡ। ਠੀਕ ਹੈ ਜੀ। ਸੋ ਇਹ ਹੋ ਗਿਆ ਤੁਹਾਡਾ ਡ੍ਰਿਫਟ ਵੈਲੋਸਿਟੀ ਦਾ ਰਿਲੇਸ਼ਨ। ਸੋ ਇਹਦੇ ਯੂਨਿਟਸ ਕੀ ਆ, ਮੀਟਰ ਪਰ ਸੈਕਿੰਡ। ਨੈਕਸਟ ਕਰੰਟ ਡੈਂਸਿਟੀ, ਰੈਜ਼ਿਸਟਿਵਿਟੀ, ਮੋਬਿਲਿਟੀ, ਰੈਜ਼ਿਸਟੈਂਸ ਆਫ ਟੈਂਪਰੇਚਰ। ਬੱਚੇ ਰੀਸੈਂਟਲੀ ਜਿਹੜਾ ਰੈਜ਼ਿਸਟੈਂਸ ਆਫ ਟੈਂਪਰੇਚਰ ਆ, ਇਹ ਪੰਜਾਬ ਬੋਰਡ ਦੇ ਵਿੱਚ ਕਾਫੀ ਇੰਪੋਰਟੈਂਟ ਹੋ ਰਿਹਾ ਪਿਛਲੇ 2-3 ਸਾਲ ਤੋਂ। ਇਹਦਾ ਮਤਲਬ ਇਹਦੇ ਨਾਲ ਰਿਲੇਟਡ ਤੁਹਾਨੂੰ ਕੋਈ ਨਾ ਕੋਈ MCQs, ਕੋਈ ਨਾ ਕੋਈ ਨੂਮੈਰੀਕਲ ਜ਼ਰੂਰ ਆਏਗਾ। ਸੋ 100% ਸ਼ੋਰ ਆ ਬੱਚੇ। ਪਹਿਲਾਂ ਦੇ ਟਾਈਮ ਦੇ ਵਿੱਚ ਕੀ ਹੁੰਦਾ ਸੀ, ਅੱਜ ਤੋਂ 3-4 ਸਾਲ ਪਹਿਲਾਂ ਰੈਜ਼ਿਸਟੈਂਸ ਨਾਲ ਰਿਲੇਟਡ ਜ਼ਿਆਦਾ ਜਿਹੜੇ ਕੁਐਸਚਨਸ ਆਉਂਦੇ ਸੀਗੇ ਕਿ ਆਪਾਂ ਏਰੀਆ ਇਨਕਰੀਜ਼ ਕਰ ਦਿੱਤਾ, ਲੈਂਥ ਡਿਕਰੀਜ਼ ਕਰ ਦਿੱਤੀ ਤਾਂ ਨਿਊ ਰੈਜ਼ਿਸਟੈਂਸ ਪਤਾ ਕਰੋ, ਰੈਜ਼ਿਸਟਿਵਿਟੀ ਪਤਾ ਕਰੋ। ਇਹ 3-4 ਸਾਲ ਪਹਿਲਾਂ ਦੇ ਮੋਸਟ ਇੰਪੋਰਟੈਂਟ ਕੁਐਸਚਨ ਸੀ, ਜੋ ਹੱਲੇ ਵੀ ਇੰਪੋਰਟੈਂਟ ਆ। ਬਟ ਰੀਸੈਂਟਲੀ ਟਾਈਮ ਦੇ ਵਿੱਚ 1-2 ਸਾਲ ਦੇ ਵਿੱਚ ਜਿਹੜਾ ਆ ਰੈਜ਼ਿਸਟੈਂਸ ਆਫ ਟੈਂਪਰੇਚਰ ਕਾਫੀ ਜ਼ਿਆਦਾ ਜਿਹੜਾ ਕੁਐਸਚਨ ਪੁੱਛੇ ਜਾਂਦੇ ਆ। ਬੱਚੇ ਆਪਣੀ ਸਤੰਬਰ ਐਗਜ਼ਾਮ ਦੇ ਵਿੱਚ ਅਤੇ ਕਹਿ ਲਓ ਆਪਣਾ ਆਹ ਸੈਂਪਲ ਪੇਪਰ ਜਿਹੜਾ ਰੀਸੈਂਟਲੀ ਲਾਂਚ ਕੀਤਾ ਇਹਨਾਂ ਨੇ, ਤਾਂ ਉਹਦੇ ਵਿੱਚ ਵੀ ਰੈਜ਼ਿਸਟੈਂਸ ਨਾਲ ਰਿਲੇਟਡ ਜਿਹੜੇ ਆ ਕੁਐਸਚਨ ਆਏ ਸੀ। ਸੋ ਆਹ ਵਾਲਾ ਟੌਪਿਕ ਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਤੁਹਾਡੇ ਕੋਲ ਹੁੰਦੇ ਹੋਏ ਮੈਕਸੀਮਮ ਕਰਕੇ ਜਾਈਓ। ਠੀਕ ਹੈ। ਨੈਕਸਟ ਆ ਜਾਊਗਾ ਬੱਚੇ, ਨੈਕਸਟ ਜਿਹੜੇ ਫਾਰਮੂਲੇਜ਼ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ।
ਸੋ ਆਪਾਂ ਇਸ ਵੀਡੀਓ ਦੇ ਵਿੱਚ ਸਿਰਫ ਰੈਜ਼ਿਸਟੈਂਸ ਔਰ ਐਟ ਟੈਂਪਰੇਚਰ ਤੱਕ ਹੀ ਡਿਸਕਸ ਕਰਾਂਗੇ। ਸੋ ਸਟਾਰਟ ਕਰਦੇ ਹਾਂ ਇੰਪੋਰਟੈਂਟ ਫਾਰਮੂਲਾਸ ਜਿਹੜੇ ਸਾਡੇ ਕਹਿ ਲਓ ਕੰਮ ਆਉਣਗੇ ਹੁਣ MCQs ਦੇ ਵਿੱਚ। ਨੰਬਰ 1 ਇਜ਼ ਇਲੈਕਟ੍ਰਿਕ ਕਰੰਟ। ਇਲੈਕਟ੍ਰਿਕ ਕਰੰਟ ਵੈਸੇ ਆਪਾਂ ਹੁਣੇ ਵੀ ਪੜ੍ਹ ਕੇ ਹਟੇ ਹਾਂ, ਚਾਰਜ ਡਿਵਾਈਡਡ ਬਾਈ ਟਾਈਮ, ਸੋ Q ਡਿਵਾਈਡਡ ਬਾਈ T। ਸੋ ਸੈਕਿੰਡ ਫਾਰਮੂਲਾ Q ਦੀ ਵੈਲਿਊ ਬੱਚੇ ਸਾਨੂੰ ਪਤਾ ਅਕੋਰਡਿੰਗ ਟੂ ਕੁਆਂਟਾਈਜੇਸ਼ਨ ਆਫ ਚਾਰਜ Q ਇਜ਼ ਇਕੁਅਲਸ ਟੂ NE। ਸੋ I ਦੀ ਵੈਲਿਊ ਕੀ ਆ ਜਾਏਗੀ NE ਡਿਵਾਈਡਡ ਬਾਈ T। ਸੋ ਬੱਚੇ NE ਜਿਹੜਾ ਆ ਇਲੈਕਟ੍ਰੋਨ ਔਰ ਪ੍ਰੋਟੋਨ ਦੋਨਾਂ ਦੀ ਵੈਲਿਊਜ਼ ਹੋ ਸਕਦੇ। ਨੰਬਰ ਆਫ ਜਿਹੜੇ ਪਾਰਟੀਕਲਸ ਆ ਉਹ ਇਲੈਕਟ੍ਰੋਨ ਦੇ ਵੀ ਹੋ ਸਕਦੇ ਆ, ਪ੍ਰੋਟੋਨ ਦੇ ਵੀ ਹੋ ਸਕਦੇ ਆ। ਸੋ ਅਸੀਂ ਲਿਖ ਦਿੱਤਾ NE ਪਲਸ NP E ਡਿਵਾਈਡਡ ਬਾਈ T। ਸੋ ਸੈਕਿੰਡ ਫਾਰਮੂਲਾ ਕਾਫੀ ਘੱਟ ਯੂਜ਼ ਹੁੰਦਾ ਆ PSCB ਦੇ ਵਿੱਚ, ਬਟ ਇੱਕ ਵਾਰੀ ਬੱਚੇ ਲਰਨ ਜ਼ਰੂਰ ਕਰ ਲੈਣਾ ਕਿਉਂਕਿ 100% ਪੇਪਰ ਦੇ ਵਿੱਚੋਂ 20% ਕੁਐਸਚਨਸ ਇੱਦਾਂ ਦੇ ਜ਼ਰੂਰ ਹੁੰਦੇ ਆ ਜਿਹੜੇ ਕਿ ਹਮੇਸ਼ਾ ਹੀ ਅਲੱਗ ਤੌਰ 'ਤੇ ਪੁੱਛੇ ਜਾਂਦੇ, ਮਤਲਬ ਨਵੇਂ ਪੁੱਛੇ ਜਾਂਦੇ ਆ, ਕਦੇ ਪਹਿਲਾਂ ਪਿਛਲੇ 10 ਸਾਲ ਦੇ ਪੇਪਰ ਦੇ ਵਿੱਚ ਤੁਹਾਨੂੰ ਨਹੀਂ ਮਿਲਦੇ। ਸੋ ਨਵੇਂ ਫਾਰਮੂਲੇ ਜਿਹੜੇ ਬੱਚੇ ਚਾਹੁੰਦੇ ਆ ਵੀ ਅਸੀਂ 100% ਮਾਰਕਸ ਲੈਣੇ ਆ, ਸੋ ਨਵੇਂ ਫਾਰਮੂਲੇ ਜ਼ਰੂਰ ਪੜ੍ਹ ਕੇ ਜਾਣਾ। ਥਰਡ ਕੀ ਆ, when an electron is revolving in a circular orbit of radius r with speed v, then time period of revolution of electron is। ਬੱਚੇ ਉਹਨੇ ਇੱਕ ਇਲੈਕਟ੍ਰੋਨ ਉਹਨੇ ਇੱਕ ਸਰਕਲ ਕਵਰ ਕੀਤਾ ਤਾਂ ਸਰਕਲ ਦਾ ਸਰਕਮਫਰੈਂਸ ਕਿੰਨਾ ਹੁੰਦਾ 2πr। ਕਿੰਨੀ ਵੈਲੋਸਿਟੀ ਲੱਗੀ v। ਸੋ ਇਹ ਫਾਰਮੂਲਾ ਕਿੱਥੋਂ ਬਣਿਆ? ਫਾਰਮੂਲਾ ਬਣਿਆ ਵੈਲੋਸਿਟੀ ਇਜ਼ ਇਕੁਅਲਸ ਟੂ ਡਿਸਟੈਂਸ ਓਵਰ ਟਾਈਮ, ਜਿਹੜਾ ਕਿ ਤੁਸੀਂ +1 ਦੇ ਵਿੱਚ ਕੀਤਾ। ਇੱਥੋਂ ਟਾਈਮ ਨਿਕਾਲ ਲਓ, t ਉੱਧਰ ਚਲਾ ਗਿਆ। ਸੋ t ਕਿਹਦੇ ਇਕੁਅਲ ਆ ਗਿਆ ਡਿਸਟੈਂਸ ਡਿਵਾਈਡਡ ਬਾਈ ਵੈਲੋਸਿਟੀ। ਸੋ ਡਿਸਟੈਂਸ ਕਿੰਨਾ ਕਵਰ ਕੀਤਾ 2πr, ਸਰਕਮਫਰੈਂਸ ਵੈਲੋਸਿਟੀ ਕਿੰਨੀ ਆ v। ਸੋ t ਦਾ ਫਾਰਮੂਲਾ ਬਣ ਗਿਆ 2πr ਡਿਵਾਈਡਡ ਬਾਈ v। ਫ੍ਰੀਕੁਐਂਸੀ ਕੀ ਹੁੰਦਾ ਵਿਚ ਇਜ਼ ਦ ਰੈਸੀਪ੍ਰੋਕਲ ਆਫ ਟਾਈਮ ਪੀਰੀਅਡ 1/t। ਸੋ ਇਹਨੂੰ ਉਲਟਾ ਕੇ ਲਿਖ ਦਿਓ v ਡਿਵਾਈਡਡ ਬਾਈ 2πr। ਬੱਚੇ ਇਹ ਤੁਹਾਡਾ ਫ੍ਰੀਕੁਐਂਸੀ ਦਾ ਫਾਰਮੂਲਾ ਬਣ ਜਾਏਗਾ। ਨੈਕਸਟ ਦੇਖੋ ਕਰੰਟ ਐਟ ਐਨੀ ਪੁਆਇੰਟ ਆਫ ਦਾ ਔਰਬਿਟ। ਅਗਰ ਅਸੀਂ ਕਰੰਟ ਮੈਜਰ ਕਰਨਾ ਹੋਵੇ ਬੱਚੇ ਆਹ ਫਾਰਮੂਲਾ ਬਹੁਤ ਕੇਅਰਫੁਲੀ ਲਰਨ ਕਰ ਲੈਣਾ। I ਇਜ਼ ਇਕੁਅਲਸ ਟੂ ਚਾਰਜ ਫਲੋਇੰਗ ਇਨ 1 ਰੈਵੋਲੂਸ਼ਨ। ਇੱਕ ਚੱਕਰ ਦੇ ਵਿੱਚ ਉਹਨੇ ਕਿੰਨਾ ਚਾਰਜ ਫਲੋ ਕੀਤਾ ਪਲੱਸ ਨੰਬਰ ਆਫ ਰੈਵੋਲੂਸ਼ਨ ਪਰ ਸੈਕਿੰਡ। ਇੱਕ ਸੈਕਿੰਡ ਦੇ ਵਿੱਚ ਕਿੰਨੇ ਸਰਕਲ ਜਿਹੜੇ ਕਵਰ ਕੀਤੇ। ਸੋ ਦੈਟ ਇਜ਼ I ਇਜ਼ ਇਕੁਅਲਸ ਟੂ E-μ ਜਾਂ E-μ ਡਿਵਾਈਡਡ ਬਾਈ 2πr। ਨੈਕਸਟ ਦੇਖੋ ਯੂਨਿਟਸ ਐਂਡ ਕੌਨਸਟੈਂਟਸ। ਇਲੈਕਟ੍ਰਿਕ ਚਾਰਜ ਦੇ ਵਿੱਚ ਯੂਨਿਟਸ ਹੁੰਦੇ ਆ ਕੂਲਮ, ਟਾਈਮ ਦੇ ਹੁੰਦੇ ਸੈਕਿੰਡਸ। ਇਲੈਕਟ੍ਰਿਕ ਕਰੰਟ ਨੂੰ ਅਸੀਂ ਅੰਪੇਅਰ ਦੇ ਵਿੱਚ ਕਰੰਟ ਨੂੰ I ਦੇ ਵਿੱਚ ਮੈਜਰ ਕਰਦੇ ਹਾਂ, ਠੀਕ ਹੈ। ਸੋ ਬੱਚੇ ਧਿਆਨ ਦਿਓ ਅਗਰ ਚਾਰਜ ਆ, ਚਾਰਜ ਦੇ ਯੂਨਿਟਸ ਕੀ ਹੋਣਗੇ, ਮਤਲਬ Q ਦੇ ਯੂਨਿਟਸ ਕੀ ਹੋਣਗੇ, Q ਹੋਊਗਾ ਕੂਲਮ ਦੇ ਵਿੱਚ, ਟਾਈਮ ਹੋਏਗਾ ਸੈਕਿੰਡਸ ਦੇ ਵਿੱਚ। ਅਗਰ ਇਲੈਕਟ੍ਰਿਕ ਕਰੰਟ ਹੋਏਗਾ ਤਾਂ ਕਾਹਦੇ ਵਿੱਚ ਅੰਪੇਅਰ ਦੇ ਵਿੱਚ ਜਿਹੜਾ ਆ ਮੈਜਰ ਕੀਤਾ ਜਾਂਦਾ ਹੈ। ਨੈਕਸਟ ਇੰਪੋਰਟੈਂਟ ਟਰਮ ਦੇਖ ਲਓ ਬੱਚੇ, ਬਹੁਤ ਜ਼ਿਆਦਾ ਇੰਪੋਰਟੈਂਟ ਆ, ਧਿਆਨ ਨਾਲ ਪੜ੍ਹਨਾ। ਰੈਜ਼ਿਸਟੈਂਸ ਆਫ ਅ ਕੰਡਕਟਰ ਡਿਪੈਂਡਸ ਅਪੋਨ ਦ ਡਿਮੈਂਸ਼ਨਸ। ਕਿਹੜੇ ਡਿਮੈਂਸ਼ਨਸ? ਲੈਂਥ ਔਰ ਏਰੀਆ। ਬੱਚੇ ਤੁਸੀਂ ਇੱਕ ਫਾਰਮੂਲਾ ਪੜ੍ਹਿਆ ਹੋਏਗਾ R ਇਜ਼ ਇਕੁਅਲਸ ਟੂ ਰੋ L/A। ਜਾਂ ਤਾਂ ਏਰੀਆ ਦੀ ਗੱਲ ਕਰ ਰਹੇ ਹਾਂ ਔਰ ਲੈਂਥ ਦੀ, ਇਹ ਵਾਲੇ ਡਿਮੈਂਸ਼ਨਸ ਦੀ ਗੱਲ ਕਰ ਰਹੇ ਹਾਂ। ਨੇਚਰ ਆਫ ਦ ਮਟੀਰੀਅਲ ਆਫ ਦ ਕੰਡਕਟਰ ਐਂਡ ਟੈਂਪਰੇਚਰ ਆਫ ਦ ਕੰਡਕਟਰ, ਬਟ ਰੈਜ਼ਿਸਟਿਵਿਟੀ ਮਤਲਬ ਰੋ। resistivity depends upon the nature of the material and the temperature। ਧਿਆਨ ਨਾਲ ਬੱਚੇ ਆਹ ਚੀਜ਼ ਸਮਝ ਲਓ, ਬਹੁਤ ਵਾਰ ਇਹ ਕੁਐਸਚਨ ਆਉਂਦਾ ਆ ਈਵਨ MCQs ਦੇ ਵਿੱਚ ਵੀ। ਮੋਸਟ ਇੰਪੋਰਟੈਂਟ ਆ ਕਿ ਫਾਰਮੂਲਾ ਸਾਡੇ ਕੋਲ ਕੀ ਆ R ਇਜ਼ ਇਕੁਅਲਸ ਟੂ ਰੋ L/A। ਉਹਨਾਂ ਨੇ ਕਿਹਾ ਕਿ ਅਗਰ ਅਸੀਂ ਜਿਹੜਾ ਰੈਜ਼ਿਸਟੈਂਸ ਆ ਉਹ 2 ਟਾਈਮਸ ਇਨਕਰੀਜ਼ ਕਰ ਦਿੰਦੇ ਆ, ਉਹਦੀ ਜਿਹੜੀ ਲੈਂਥ ਇਨਕਰੀਜ਼ ਕਰ ਦਿੱਤੀ, ਏਰੀਆ ਇਨਕਰੀਜ਼ ਕਰ ਦਿੱਤਾ, ਮੰਨ ਲਓ ਕਿ ਜਿਹੜਾ ਰੈਜ਼ਿਸਟੈਂਸ ਆ ਉਹ 2 ਟਾਈਮਸ ਇਨਕਰੀਜ਼ ਹੋ ਗਿਆ, ਦੈਨ ਰੈਜ਼ਿਸਟਿਵਿਟੀ 'ਤੇ ਕੀ ਫਰਕ ਪਏਗਾ। ਆਲਵੇਜ਼ ਬੱਚੇ ਯਾਦ ਰੱਖ ਲਓ, ਲੈਂਥ ਏਰੀਆ ਇਨਕਰੀਜ਼ ਹੋਵੇ ਡਿਕਰੀਜ਼ ਹੋਵੇ, ਰੈਜ਼ਿਸਟਿਵਿਟੀ 'ਤੇ ਕਦੇ ਵੀ ਕੋਈ ਫਰਕ ਨਹੀਂ ਪਏਗਾ। ਰੈਜ਼ਿਸਟੈਂਸ 'ਤੇ ਫਰਕ ਪਏਗਾ ਬਟ ਰੈਜ਼ਿਸਟਿਵਿਟੀ ਰੋ 'ਤੇ ਫਰਕ ਨਹੀਂ ਪਏਗਾ। ਰੋ ਨੂੰ ਫਰਕ ਕਦੋਂ ਪਏਗਾ? ਰੋ ਡਿਪੈਂਡ ਕਰਦਾ ਆ ਟੈਂਪਰੇਚਰ ਦੇ ਉੱਪਰ, ਠੀਕ ਹੈ। ਜਦੋਂ ਅਸੀਂ ਟੈਂਪਰੇਚਰ ਇਨਕਰੀਜ਼ ਕਰਾਂਗੇ ਜਾਂ ਫਿਰ ਡਿਕਰੀਜ਼ ਕਰਾਂਗੇ ਜਾਂ ਅਸੀਂ ਕੋਈ ਮਟੀਰੀਅਲ ਚੇਂਜ ਕਰ ਦਾਂਗੇ। ਪਹਿਲਾਂ ਸਾਡੇ ਕੋਲ ਸਿਲਵਰ ਸੀ, ਹੁਣ ਅਸੀਂ ਕਾਪਰ ਵਾਇਰ ਲੈ ਲਈ। ਇਹਦਾ ਮਤਲਬ ਜਦੋਂ ਅਸੀਂ ਵਾਇਰ ਚੇਂਜ ਕਰ ਲਈ, ਮਟੀਰੀਅਲ ਚੇਂਜ ਕਰ ਲਿਆ, ਉਦੋਂ ਰੋ ਅਲੱਗ ਹੋਏਗਾ। ਜਾਂ ਫਿਰ ਅਸੀਂ ਕਿਸੇ ਵੀ ਵਾਇਰ ਦਾ ਟੈਂਪਰੇਚਰ ਇਨਕਰੀਜ਼ ਕਰ ਦਿੱਤਾ ਜਾਂ ਫਿਰ ਡਿਕਰੀਜ਼ ਕਰ ਦਿੱਤਾ, ਉਸ ਟਾਈਮ ਜਿਹੜਾ ਆ ਤੁਹਾਡੀ ਰੈਜ਼ਿਸਟਿਵਿਟੀ ਇਨਕਰੀਜ਼ ਜਾਂ ਫਿਰ ਡਿਕਰੀਜ਼ ਹੋਏਗੀ। ਸੋ ਬੱਚੇ ਮੋਸਟ ਇੰਪੋਰਟੈਂਟ ਪੁਆਇੰਟ ਆ, ਆਪਣੀ ਕਾਪੀ ਦੇ ਉੱਪਰ ਲਿਖ ਲੈਣਾ, ਧਿਆਨ ਨਾਲ ਸਮਝ ਲੈਣਾ। ਨੈਕਸਟ ਆ ਰੈਜ਼ਿਸਟੈਂਸ ਆਫ ਦ ਪ੍ਰੋਪਰਟੀ ਆਫ ਆਬਜੈਕਟ। ਅਗਰ ਕਿਸੇ ਪਰਟੀਕੂਲਰ ਆਬਜੈਕਟ ਦੀ ਕੋਈ ਰੈਜ਼ਿਸਟੈਂਸ ਹੈ, ਰੈਜ਼ਿਸਟਿਵਿਟੀ ਇਜ਼ ਦ ਪ੍ਰੋਪਰਟੀ ਆਫ ਮਟੀਰੀਅਲ। ਜਿਹੜਾ ਬੱਚੇ ਰੈਜ਼ਿਸਟੈਂਸ ਆ ਕਿਸੇ ਆਬਜੈਕਟ ਦੀ ਪ੍ਰੋਪਰਟੀ ਆ। ਆਬਜੈਕਟ ਮਤਲਬ ਸਾਡੇ ਕੋਲ ਵਾਇਰ ਪਈ ਆ, ਕੋਈ ਰਿੰਗ ਪਈ ਆ, ਉਹ ਕੀ ਆ ਤੁਹਾਡਾ ਆਬਜੈਕਟ ਆ,
ठीक है। सो ऑब्जेक्ट बच्चे वायर भी हो सकती है, कोई खंबा हो सकता है, कोई कीज़ हो सकदियाँ आ। सो ऑब्जेक्ट ਦਾ जो भी प्रॉपर्टी ਉਹਨੂੰ ਅਸੀਂ ਕੀ ਕਹਿੰਦੇ ਆ, ਰੈਜ਼ਿਸਟੈਂਸ। ਸੋ ਰੈਜ਼ਿਸਟਿਵਿਟੀ ਮਟੀਰੀਅਲ ਆ, ਕਿਸ ਚੀਜ਼ ਦੀ ਰਿੰਗ ਬਣੀ ਹੋਈ ਆ, ਕੀ ਇਹ ਸਿਲਵਰ ਦੀ ਰਿੰਗ ਆ, ਕਾਪਰ ਦੀ ਰਿੰਗ ਆ, ਐਲੂਮੀਨੀਅਮ ਦੀ ਰਿੰਗ ਆ, ਨਿਕਲ ਦੀ ਰਿੰਗ ਆ। ਮਤਲਬ ਕਿ ਮਟੀਰੀਅਲ ਰੈਜ਼ਿਸਟਿਵਿਟੀ ਜਿਹੜੀ ਹੋਗੀ ਉਹ ਪ੍ਰੋਪਰਟੀ ਆ ਉਸ ਮਟੀਰੀਅਲ ਦੀ ਵੀ ਕਾਹਦੀ ਬਣੀ ਹੋਈ ਆ, ਰੈਜ਼ਿਸਟੈਂਸ ਪ੍ਰੋਪਰਟੀ ਆ ਉਸ ਆਬਜੈਕਟ ਦੀ। ਮੰਨ ਲਓ ਤੁਹਾਡੇ ਕੋਲ ਬੱਚੇ ਮੈਂ ਤੁਹਾਨੂੰ ਵਾਇਰਸ ਦੇ ਦੇਵਾਂ, ਮੈਂ ਤੁਹਾਨੂੰ 10 ਵਾਇਰਸ ਦੇ ਦਿੱਤੀਆਂ, हर एक दी रजिस्टेंस होएगी, वायर दी हर एक वायर दी रजिस्टेंस होएगी। ਜਦੋਂ ਅਸੀਂ ਉਹਦੇ ਵਿੱਚੋਂ ਕਰੰਟ ਪਾਸ ਕਰਾਂਗੇ ਤਾਂ ਉਹਦੇ ਵਿੱਚ ਇੱਕ ਕਰੰਟ ਨੂੰ ਰੋਕਣ ਦੀ ਕਪੈਸਿਟੀ ਹੋਏਗੀ ਜਿਹਨੂੰ ਅਸੀਂ ਰੈਜ਼ਿਸਟੈਂਸ ਕਹਿੰਦੇ ਹਾਂ। ਬਟ ਰੋ ਜਿਹੜਾ ਆ ਸਭ ਦਾ ਅਲੱਗ-ਅਲੱਗ ਹੋਏਗਾ ਕਿਉਂਕਿ ਸਾਰੇ ਅਲੱਗ-ਅਲੱਗ ਮਟੀਰੀਅਲਸ ਦੇ ਬਣੇ ਹੋਏ ਆ। ਸੋ ਰੈਜ਼ਿਸਟਿਵਿਟੀ ਕਿਹਦੀ ਹੁੰਦੀ ਆ, ਮਟੀਰੀਅਲਸ ਦੀ। ਦੈਨ ਨੈਕਸਟ ਦੇਖੋ ਓਮਸ। ओम मीटर इज़ अ यूनिट ऑफ रजिस्टिविटी। रजिस्टिविटी के बच्चे यूनिट की आ ओम मीटर, वेयर एज ओम मीटर इज़ एन इंस्ट्रूमेंट ऑफ मैजरिंग रजिस्टेंस। सो रजिस्टेंस नू मैजर करन दे की आ ये एक इंस्ट्रूमेंट। क्लीयर हो गया बच्चे। सो ये इंपॉर्टेंट पॉइंट आ, ध्यान नाल पढ़ लेना और किते नोट डाउन कर लेना। तो लेट्स स्टार्ट MCQs। सो बच्चे फॉर्मूलेस जोड़ा है बहुत केयरफुली अपने सारे लर्न कर लेना, बिकॉज अगर मैं कल्ले कल्ला वीडियो दे विच फॉर्मूलेज एक्सप्लेन करती हैं तो बच्चे वीडियो बहुत लेंथी बनती है। सो मैं डायरैक्ट हुण MCQs तो स्टार्ट कर रही हूँ, बट जिथे भी तुहानूं कोई प्रॉब्लम होवे, कोई फॉर्मूला ना क्लीयर होवे तो तुसीं पुछ सकदे आ, तो उहदे लई मैं अलग तो वीडियो बना दूँगी, ठीक है। अदरवाइज बच्चे सारे लैक्चर्स की जिहड़ी वीडियो ऑलरेडी बनी हुई है, तुसीं प्लेलिस्ट दे विच जाके या डिस्क्रिप्शन बॉक्स दे विच तुहानूं लिंक मिल जाएगा लैक्चर्स का। तुसीं लैक्चर अगर किसी भी टॉपिक विच प्रॉब्लम है तो लैक्चर सुन सकते हैं। चलो बच्चे आपां स्टार्ट करते हैं MCQs तो। ऐसा यूनिट ऑफ इलैक्ट्रिक पावर। इलैक्ट्रिक पावर मतलब उन्होंने असीं काहदे विच मैजर करते हैं, वॉट दे विच। सो इहदा C आंसर आएगा वॉट। डिमेंशनल फॉर्मूला ऑफ इलैक्ट्रिक करंट डेंसिटी। सो करंट डेंसिटी बच्चे किहदे इक्वल हुंदा, करंट डेंसिटी इज इक्वल्स टू करंट डिवाइडेड बाय एरिया। सो करंट डिवाइडेड बाय एरिया, करंट नूं काहदे विच मैजर करांगे, Q डिवाइडेड बाय T डिवाइडेड बाय एरिया की है तुहाडा A। सो Q डिवाइडेड बाय T लिख लो, चाहे डायरैक्ट I/A लिख लो, करंट डिवाइडेड बाय एरिया I/A। हुण बच्चे करंट नूं काहदे विच मैजर करदे आ, अंपेयर दे विच। एरिया की आ, लेंथ इंटू ब्रैथ, इहदा मतलब L²। सो साडे कोल की आ गया AL-2। सो आ रहा तुहाडा आंसर। इहदे विच M और L है नहीं गा, M और T नहीं आ। सो M0 T0 की आ जाएगा ML-T0 A-A+1। सो ध्यान ना देख लो बच्चे, तुहाडा किहड़ा आ रहा आंसर, M0 L-2 T0 A-A+1। +1 ना तो बच्चे आ रहा +1, C ऑप्शन, ठीक है जी। सो सैकेंड का बच्चे तुहाडा C ऑप्शन आ जाएगा क्योंकि इत्थे A-1 आ, माइनस नहीं आ, साडा प्लस दे विच आंसर है। नैक्सट देखो, इन अ कंडक्टर द नंबर ऑफ फ्री इलैक्ट्रॉन्स इज़। सो बच्चे एक कंडक्टर के अंदर किन्ने नंबर ऑफ इलैक्ट्रॉन्स आ, 10⁻29 मीटर पर मीटर क्यूब। बच्चे आ क्वेश्चन देख के मैनू एक चीज़ याद आ गई, थोड़े बुक के अंदर इंसुलेटर मैटल सैमीकंडक्टर दे विच रेंज होएगी कि किन्ने नंबर ऑफ इलैक्ट्रॉन्स आ। सो वो टर्म तुसी ज़रूर याद कर लेना, मैं तुहानू शेयर ही कर दिन्नी आ। बच्चे तुहाडी बुक दे विच क्लासीफिकेशन ऑफ मटीरियल्स ऑन द बेसिस ऑफ रजिस्टिविटी आ, इहदे विच काफ़ी टर्म्स आ जो तुहानू बहुत केयरफुली लर्न करनियां आ। फॉर एग्जाम्पल पहला तो बच्चे तुहानू रजिस्टिविटी की रेंज याद करनी होएगी कि 10⁻⁻8 तो 10⁻⁻6 ओम है। वैन इंक्रीजेज विद टैंपरेचर। सो कंडक्टेंस ऑलवेज, कंडक्टर की जो मटीरियल आ, कंडक्टर की जो करंट आ, जो भी है वो इनक्रीज़ हो जाएगा जिदा ही असी टैंपरेचर इनक्रीज़ करांगे। सो किहड़े किहड़े मटीरियल हो सकते हैं, कॉपर, एलूमीनीयम एक्सैक्ट्रा जिहड़े आ इह तुहाडियां एग्जाम्पल्स आ, अलॉयज आ लाइक निकल आ, मैगनीन, कॉन्सटेंट एंड रजिस्टिविटी इज़ मोर दैन दैट ऑफ द मटीरियल्स। सो बच्चे इन्हों ध्यान नाल याद कर लेना, लास्ट वाली लाइन जिहड़ी अपनी कॉपी के उपर लिख लेना, इट इनक्रीजेज स्लोली विद राइज इन टैंपरेचर इन द केस ऑफ मैटल्स। अगर असी मैटल्स की केस की गल करते हैं, जिद्दां ही तुसी टैंपरेचर इनक्रीज करोगे तो जिहड़ी उहदी कंडक्टिविटी आ हौली हौली इनक्रीज होएगी। क्लीयर हो गया। नैक्सट देखो जिद्दां इंसुलेटर्स आ, इंसुलेटर दे विच तुहानूं पुछ सकदे आ
कि ਉਹਦੀ ਰੇਂਜ ਕਿੰਨੀ ਆ, ਜਿਹੜੀ ਰੈਜ਼ਿਸਟਿਵਿਟੀ ਉਹਦੀ ਰੇਂਜ ਕਿੰਨੀ ਆ 10⁻10 ਤੋਂ ਲੈ ਕੇ 10⁻17 ਓਮ ਮੀਟਰ ਤੱਕ। ਸੋ ਇਨਸੂਲੇਟਰ ਦੇ ਵਿੱਚ ਕੀ ਹੁੰਦਾ ਆ, ਡਿਕਰੀਜ਼ਿਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ। ਮੈਟਲਸ ਦੇ ਵਿੱਚ ਕੀ ਸੀ, ਕੰਡਕਟਰਸ ਦੇ ਵਿੱਚ ਕੀ ਸੀ, ਇਨਕਰੀਜ਼ ਕਰਦਾ ਜਿੱਦਾਂ ਹੀ ਟੈਂਪਰੇਚਰ ਇਨਕਰੀਜ਼ ਕਰਦਾ। ਇਨਸੂਲੇਟਰਸ ਦੇ ਵਿੱਚ ਕੀ ਹੋਏਗਾ, ਡਿਕਰੀਜ਼ ਕਰੇਗਾ ਵਿਦ ਇਨਕਰੀਜ਼ ਇਨ ਟੈਂਪਰੇਚਰ। ਸੋ ਇਹਦੀਆਂ ਐਗਜ਼ਾਮਪਲਸ ਮਾਈਕਾ, ਗਲਾਸ, ਰਬੜ, ਠੀਕ ਹੈ, ਸੋ ਚਾਈਨਾ ਕਲੇ, ਸੋ ਇਹਦੀਆਂ ਐਗਜ਼ਾਮਪਲਸ ਆ। ਨੈਕਸਟ ਆ ਜੋ ਸੈਮੀਕੰਡਕਟਰ। ਸੈਮੀਕੰਡਕਟਰ ਦੇ ਵਿੱਚ ਬੱਚੇ ਉਹਦੀ ਵੈਲਿਊ ਕੀ ਆ 10⁻⁻6 ਤੋਂ ਲੈ ਕੇ 10⁻⁴ ਓਮ ਤੱਕ। ਸੋ ਇਹ ਵੀ ਡਿਕਰੀਜ਼ ਕਰਦਾ ਜਿੱਦਾਂ ਹੀ ਅਸੀਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ। ਦਾ ਰੈਜ਼ਿਸਟਿਵਿਟੀ ਆਫ ਦ ਸੈਮੀਕੰਡਕਟਰ ਡਿਕਰੀਜ਼ਿਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ। ਜਿੱਦਾਂ ਹੀ ਅਸੀਂ ਟੈਂਪਰੇਚਰ ਇਨਕਰੀਜ਼ ਕਰਾਂਗੇ ਜਿਹੜੀ ਦੀ ਰੈਜ਼ਿਸਟਿਵਿਟੀ ਉਹ ਕੀ ਹੋ ਜਾਏਗੀ, ਡਿਕਰੀਜ਼ ਕਰ ਜਾਏਗੀ। ਸੋ ਇਹਦੀਆਂ ਮੋਸਟ ਫੇਮਸ ਐਗਜ਼ਾਮਪਲਸ ਆ ਸਿਲੀਕॉन ਅਤੇ ਜਰਮੀਨੀਅਮ। ਲਾਸਟ ਵਨ ਆ ਸੁਪਰ ਕੰਡਕਟਰਸ। ਸੋ ਸੁਪਰ ਕੰਡਕਟਰ ਬੱਚੇ ਇੱਦਾਂ ਦਾ ਕੰਡਕਟਰ ਆ ਜਿਹੜਾ ਮੈਟਲਸ ਅਤੇ ਹੋਰ ਨੰਬਰ ਆਫ ਮੈਟਲਸ ਨੂੰ ਮਿਕਸ ਕਰਕੇ ਜਿਹੜਾ ਆ ਇੱਕ ਨਵਾਂ ਮਟੀਰੀਅਲ ਬਣਾ ਲਿਆ ਜਾਂਦਾ ਜਿਹਨੂੰ ਅਸੀਂ ਸੈਮੀ ਕੰਡਕਟਰ ਕਹਿੰਦੇ ਹਾਂ। ਇੱਕੋ ਦਮ ਪਹਿਲਾਂ ਉਹਨੂੰ ਗਰਮ ਕਰਕੇ ਉਹਨੂੰ ਮਿਕਸ ਕੀਤਾ ਜਾਂਦਾ, ਬਾਅਦ 'ਚੋਂ ਇਮੀਡੀਏਟਲੀ ਠੰਡਾ ਕਰ ਦਿਆ ਜਾਂਦਾ। ਇਹ ਨਹੀਂ ਕਿ ਹੌਲੀ ਹੌਲੀ ਠੰਡਾ ਕਰਦੇ ਆ, ਇਮੀਡੀਏਟਲੀ ਠੰਡਾ ਕਰ ਦਿੰਦੇ ਆ ਤਾਂ ਕਿ ਜਿਹੜੀ ਉਹਦੇ ਫਰੀ ਇਲੈਕਟ੍ਰੋਨਸ ਬਾਹਰ ਨਿਕਲੇ ਹੋਏ ਹੌਲੀ ਹੌਲੀ ਜਿਹੜੇ ਆ ਉਹ ਆਪਣੇ ਕੋਵਲੈਂਟ ਬੌਂਡ ਨਾ ਬਣਾਵੇ। ਸੋ ਉਹਨੂੰ ਸੁਪਰ ਕੰਡਕਟਰਸ ਕਹਿ ਦਿੰਦੇ ਆ ਕਿਉਂਕਿ ਇਹਨਾਂ ਨੂੰ ਕੰਡਕਟ ਕਰਨ ਦੇ ਵਿੱਚ ਜ਼ਿਆਦਾ ਈਜ਼ੀਲੀ, ਮਤਲਬ ਫਰੀ ਇਲੈਕਟ੍ਰੋਨ ਜ਼ਿਆਦਾ ਹੁੰਦੇ ਆ ਤਾਂ ਜ਼ਿਆਦਾ ਕੰਡਕਟ ਕਰ ਜਾਂਦੇ ਆ। whose resistivity becomes 0 below a certain temperature। ਜੇ ਅਸੀਂ ਇੱਕ ਕ੍ਰਿਟੀਕਲ ਟੈਂਪਰੇਚਰ ਤੱਕ ਲੈ ਜਾਵਾਂਗੇ ਤਾਂ ਦੀ ਜਿਹੜੀ ਰੈਜ਼ਿਸਟਿਵਿਟੀ ਆ ਉਹ 0 ਹੋ ਜਾਂਦੀ ਆ। ਸੋ ਹੋ ਸਕਦਾ ਤੁਹਾਨੂੰ MCQs ਦੇ ਵਿੱਚ ਕਿਤੇ ਪੁੱਛ ਲਿਆ ਜਾਵੇ ਕਿ ਕੋਈ ਮਟੀਰੀਅਲ ਹੈ ਜਿਹਦੀ ਰੈਜ਼ਿਸਟਿਵਿਟੀ 0 ਹੋ ਸਕਦੀ ਹੈ ਤਾਂ ਕ੍ਰਿਟੀਕਲ ਟੈਂਪਰੇਚਰ ਆਪਸ਼ਨ ਦੇ ਦਿੱਤੀਆਂ ਜਾਣ, ਸੈਮੀ ਕੰਡਕਟਰ, ਕੰਡਕਟਰ, ਨੋਨ ਕੰਡਕਟਰਸ ਅਤੇ ਸੁਪਰ ਕੰਡਕਟਰਸ। ਠੀਕ ਆ, ਸੋ ਫਿਰ ਆਨਸਰ ਆ ਜਾਏਗਾ ਸੁਪਰ ਕੰਡਕਟਰ। ਚਲੋ ਬੱਚੇ ਫੋਰਥ ਕੁਐਸਚਨ ਦੇਖਦੇ ਹਾਂ। ਫੋਰਥ ਕੁਐਸਚਨ ਦੇ ਵਿੱਚ ਆ ਦ ਡ੍ਰਿਫਟ ਵੈਲੋਸਿਟੀ ਆਫ ਇਲੈਕਟ੍ਰੋਨ ਇਨ ਅ ਮੈਟਲ ਕੰਡਕਟਰ ਅੰਡਰ ਦ ਇਫੈਕਟ ਆਫ ਇਲੈਕਟ੍ਰਿਕ ਫੀਲਡ ਅਪਲਾਈਜ਼। ਸੋ ਡ੍ਰਿਫਟ ਵੈਲੋਸਿਟੀ ਦੇ ਵਿੱਚ ਬੱਚੇ ਉਹ ਕਿੰਨੀ ਇਲੈਕਟ੍ਰਿਕ ਫੀਲਡ ਅਪਲਾਈ ਕਰਦਾ ਹੈ 10⁻⁻⁴ ਮੀਟਰ ਪਰ ਸੈਕਿੰਡ। ਸੋ ਬੱਚੇ ਜਿਹੜੀਆਂ ਵੈਲਿਊਜ਼ ਆ ਇਹ ਤੁਹਾਨੂੰ ਐਸਾ 'ਚ ਲਰਨ ਕਰਨੀਆਂ ਪੈਣਗੀਆਂ। ਸੋ ਆਪਣੀ ਸੈਕਿੰਡ ਯੂਨਿਟ ਦੇ MCQs ਜਦੋਂ ਤੁਸੀਂ ਸਟਾਰਟ ਕਰੋਗੇ ਉਹਦੇ ਫਰੰਟ 'ਤੇ ਹੀ ਇੱਕ ਟੇਬਲ ਬਣਾ ਲੈਣਾ ਕਿ ਜਿੱਦਾਂ ਮੈਟਲ ਦੀਆਂ ਬੱਚੇ ਵੈਲਿਊਜ਼ ਹੋ ਗਈਆਂ, ਰੇਂਜ ਹੋ ਗਈ, ਇਲੈਕਟ੍ਰੋਨ ਕਿੰਨੇ ਹੁੰਦੇ ਆ, ਐਕਸੈਕਟਰਾ ਐਕਸੈਕਟਰਾ। ਠੀਕ ਹੈ, ਉਹ ਜਿਹੜੇ ਆ BC ਤਾਂ ਇਹ ਜਿਹੜੀਆਂ ਚੀਜ਼ਾਂ ਆ ਆਪਣੀ ਫਰੰਟ ਪੇਜ ਦੇ ਉੱਪਰ ਲਿਖ ਲੈਣਾ ਤਾਂ ਕਿ ਇਹ ਚੀਜ਼ਾਂ ਨੂੰ ਤੁਹਾਨੂੰ ਯਾਦ ਕਰਨਾ ਪਏਗਾ। ਅਗਰ ਤੁਹਾਡੀ ਅੱਖਾਂ ਦੇ ਸਾਹਮਣੇ ਹੋਏਗਾ ਤਾਂ ਪੇਪਰ ਵਿੱਚ ਹੈਲਪਫੁਲ ਹੋਏਗਾ। ਨੈਕਸਟ ਕੁਐਸਚਨ ਦੇਖੋ ਬੱਚੇ, ਇਫ ਦ ਏਰੀਆ ਆਫ ਅ ਕ੍ਰੋਸ ਸੈਕਸ਼ਨ ਆਫ ਅ ਵਾਇਰ ਇਜ਼ ਡਬਲ। ਮੰਨ ਲਓ ਤੁਹਾਡੀ ਕੋਈ ਏਰੀਆ ਆ, ਅਸੀਂ ਉਹਦਾ ਕੀ ਕੀਤਾ ਕ੍ਰੋਸ ਸੈਕਸ਼ਨ ਏਰੀਆ ਡਬਲ ਕਰ ਦਿੱਤਾ, 2A ਕਰ ਦਿੱਤਾ, ਕੀਪਿੰਗ ਇਟਸ ਲੈਂਥ ਸੇਮ, ਬਟ ਉਹਦੀ ਲੈਂਥ ਜਿਹੜੀ ਅਸੀਂ ਸੇਮ ਰੱਖੀ। ਸੋ L' ਨੂੰ L ਹੀ ਰੱਖਿਆ। ਦੈਨ ਇਟਸ ਰੈਜ਼ਿਸਟੈਂਸ ਬਿਕਮ, ਤਾਂ ਉਹਦੀ ਰੈਜ਼ਿਸਟੈਂਸ ਕਿੰਨੀ ਹੋਏਗੀ। ਇਹਦਾ ਮਤਲਬ ਅਸੀਂ R' ਪਤਾ ਕਰਨੀ, R' ਕਿਹਦੇ ਇਕੁਅਲ ਆ ਰੋ L'/A'। ਸੋ R' ਇਜ਼ ਇਕੁਅਲਸ ਟੂ ਰੋ L' ਦੀ ਜਗ੍ਹਾ 'ਤੇ ਅਸੀਂ ਕੀ ਲਿਖਣ ਲੱਗੇ ਹਾਂ L, ਕਿਉਂਕਿ ਸੇਮ ਹੀ ਆ। ਏਰੀਆ ਦੀ ਜਗ੍ਹਾ 'ਤੇ ਕੀ ਲਿਖਣ ਲੱਗੇ ਹਾਂ 2A। ਬਟ ਆਹ ਸਾਰੀ ਟਰਮ ਸਾਡੀ ਕੀ ਆ ਰੈਜ਼ਿਸਟੈਂਸ। ਰੈਜ਼ਿਸਟੈਂਸ ਕਿਹਦੀ ਇਕੁਅਲ ਸੀ ਰੋ L/A। ਠੀਕ ਹੈ, ਸੋ ਇਹਦੀ ਜਗ੍ਹਾ 'ਤੇ ਅਸੀਂ ਲਿਖ ਸਕਦੇ ਹਾਂ R/2। ਇਹਦਾ ਮਤਲਬ ਜਿਹੜੀ ਨਿਊ ਰੈਜ਼ਿਸਟੈਂਸ ਹੋਏਗੀ ਉਹ ਸਾਡੀ ਕੀ ਹੋ ਜਾਏਗੀ, ਹਾਫ ਹੋ ਜਾਊਗੀ। ਸੋ R/2 ਆ ਮਤਲਬ ਕਿ ਹਾਫ ਹੋ ਜਾਏਗੀ। ਡਨ, ਸੋ C ਆਪਸ਼ਨ ਆ ਜਾਏਗੀ ਹਾਫ। ਨੈਕਸਟ ਦੇਖੋ 10 ਆਈਡੈਂਟੀਕਲ ਵਾਇਰਸ, ਸਾਡੇ ਕੋਲ 10 ਅਲੱਗ-ਅਲੱਗ ਵਾਇਰਸ ਆ, ਈਚ ਹੈਵਿੰਗ ਰੈਜ਼ਿਸਟੈਂਸ 1 ਓਮ ਆਰ ਕਨੈਕਟਡ ਇਨ ਪੈਰਲਲ। ਤਾਂ 10 ਓਮ ਮਤਲਬ 1 ਓਮ ਦੀਆਂ ਅਸੀਂ ਉਹਨੂੰ ਜੋੜ ਦਿੱਤਾ, ਮਤਲਬ ਕਿ ਇੱਦਾਂ ਕਰਕੇ 10 ਰੈਜ਼ਿਸਟੈਂਸ ਅਸੀਂ ਆਪਸ 'ਚ ਜੋੜ ਦਿੱਤੀਆਂ। ਸੋ ਬੱਚੇ ਆਪਾਂ ਇੰਨੀ ਵੱਡੀ ਕੈਲਕੂਲੇਸ਼ਨ ਨਹੀਂ ਕਰਨੀ, ਮੈਂ ਜਸਟ ਡਾਇਗਰਾਮ ਨਾਲ ਸਮਝਾ ਰਹੀ ਹਾਂ ਵੀ 10 ਜਿਹੜੀਆਂ MCQ 10 ਜਿਹੜੇ ਰੈਜ਼ਿਸਟੈਂਸ ਆ ਉਹ ਇਸ ਤਰੀਕੇ ਨਾਲ ਜੋੜ ਦਿੱਤੇ। ਦ ਕੰਬੀਨੇਸ਼ਨ ਵਿਲ ਹੈਵ ਦ ਰੈਜ਼ਿਸਟੈਂਸ। ਸੋ ਇਸ ਕੰਬੀਨੇਸ਼ਨ ਦੀ ਰੈਜ਼ਿਸਟੈਂਸ ਕਿੰਨੀ ਹੋਏਗੀ। ਸੋ 1/RP ਦਾ ਆਂਸਰ ਕਿੰਨਾ ਆ ਜਾਏਗਾ N/R। ਸੋ ਬੱਚੇ ਫਾਰਮੂਲਾ ਕੀ ਹੁੰਦਾ 1/R + 1/R + 1/R। ਸੋ ਇਹਨੂੰ 10 ਟਾਈਮਸ ਲਿਖਣਾ ਸੀ। ਸੋ ਕੈਲਕੂਲੇਸ਼ਨ ਇੰਨੀ ਵੱਡੀ ਲੈ ਕੇ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਸ਼ਾਰਟ ਫਾਰਮ ਦੇ ਵਿੱਚ ਲਿਖੋ, ਸ਼ਾਰਟ ਟ੍ਰਿਕ ਦੇ ਨਾਲ ਲਿਖੋ ਸਮਾਲ n/R। ਬਸ ਇਸ ਫਾਰਮੂਲੇ ਦੇ ਨਾਲ ਆਂਸਰ ਆ ਜਾਏਗਾ ਕਿ ਨੰਬਰ ਆਫ n ਆ। ਹੁਣ ਇੱਥੇ ਨੰਬਰ ਆਫ n ਸਾਨੂੰ ਕਿੰਨੇ ਦਿੱਤੇ ਆ 10। ਕਿੰਨੀ ਵਾਰ ਜੋੜਿਆ ਉਹਨੂੰ 10 ਟਾਈਮਸ। 10 ਟਾਈਮਸ ਜੋੜਿਆ, ਸੋ 10/R। R ਦੀ ਵੈਲਿਊ ਸਾਡੇ ਕੋਲ ਕਿੰਨੀ ਆ 1। ਸੋ 1/RP ਦਾ ਆਂਸਰ ਕਿੰਨਾ ਆ ਗਿਆ 10/1।
ਕੱਲਾ RP ਦਾ ਆਂਸਰ ਕਿੰਨਾ ਹੋਏਗਾ ਉਲਟਾ ਕੇ ਲਿਖ ਦਿਓ। ਸੋ 1 ਡਿਵਾਈਡਡ ਬਾਈ 10। ਸੋ ਪੁਆਇੰਟਸ ਦੇ ਵਿੱਚ ਆ ਜਾਏਗਾ 0.1 ਓਮ। ਸੋ ਧਿਆਨ ਨਾਲ ਦੇਖ ਲਓ 0.1 C ਆਪਸ਼ਨ ਹੈ। ਸੋ ਦਿਸ ਇਜ਼ ਦ ਫਾਈਨਲ ਆਂਸਰ। 7th ਕੁਐਸਚਨ ਦੇਖੋ ਬੱਚੇ, ਓਮਸ ਲਾਅ ਇਜ਼ ਨॉट ਓਬੇਡ ਬਾਈ। ਓਮਸ ਲਾਅ ਕਿਹਦੇ ਦੁਆਰਾ ਨਹੀਂ ਓਬੇ ਕੀਤਾ ਜਾਂਦਾ ਬੱਚੇ? ਓਮਸ ਲਾਅ ਜਿਹੜਾ ਆ ਉਹ ਕਿਸੇ ਪਰਟੀਕੂਲਰ ਕੰਡਕਟਰ ਦੁਆਰਾ ਕੀਤਾ ਜਾਂਦਾ ਆ ਵੀ ਜਿੱਦਾਂ ਹੀ ਅਸੀਂ ਵੋਲਟੇਜ ਇਨਕਰੀਜ਼ ਕਰਦੇ ਹਾਂ ਤਾਂ ਕਰੰਟ ਇਨਕਰੀਜ਼ ਹੁੰਦਾ ਆ। ਠੀਕ ਹੈ, ਓਮਸ ਲਾਅ ਤੁਹਾਨੂੰ ਯਾਦ ਹੀ ਹੋਏਗਾ ਕਿ ਇੱਕ ਪਾਸੇ V ਲੈ ਲਈ, ਇੱਕ ਪਾਸੇ I ਲੈ ਲਈ, ਸਾਡੀ ਜਿਹੜੀ ਸਟ੍ਰੇਟ ਲਾਈਨ ਬਣਦੀ ਆ, ਅਸੀਂ ਕਹਿ ਦਿੰਦੇ ਹਾਂ ਵੀ ਇਹ ਵਾਲਾ ਜਿਹੜਾ ਮਟੀਰੀਅਲ ਆ, ਇਹ ਵਾਲਾ ਜਿਹੜਾ ਡਿਵਾਈਸ ਆ ਉਹ ਓਮਸ ਲਾਅ ਨੂੰ ਓਬੇ ਕਰ ਰਿਹਾ ਆ। ਹੁਣ ਦੇਖੋ ਇਲੈਕਟ੍ਰੋਲਾਈਟ, ਇਲੈਕਟ੍ਰੋਲਾਈਟ ਦੇ ਵਿੱਚ ਤਾਂ ਜਿੱਦਾਂ HCl ਹੋ ਗਿਆ, ਇੱਕ ਪੋਜ਼ੀਟਿਵ ਹੁੰਦਾ ਇੱਕ ਨੈਗੇਟਿਵ ਹੁੰਦਾ, ਸੋ ਇਹ ਨਹੀਂ ਹੋ ਸਕਦਾ। ਡਿਸਚਾਰਜ ਟਿਊਬ ਵੀ ਨਹੀਂ ਹੋ ਸਕਦੀਆਂ ਜਿਸ 'ਚ ਡਿਸਚਾਰਜ ਮਤਲਬ ਉਹ ਤਾਂ ਕਦੇ ਇਨਕਰੀਜ਼ ਹੋ ਰਿਹਾ, ਡਿਕਰੀਜ਼ ਹੋ ਰਿਹਾ, ਕਦੇ ਘਟ ਰਿਹਾ, ਕਦੇ ਵੱਧ ਰਿਹਾ, ਤਾਂ ਉਹਦਾ ਵੀ ਸਟ੍ਰੇਟ ਲਾਈਨ ਗ੍ਰਾਫ ਨਹੀਂ ਬਣ ਸਕਦਾ। ਵੈਕਿਊਮ ਟਿਊਬ ਵੀ ਬੱਚੇ ਸੇਮ ਚੀਜ਼ ਹੀ ਹੁੰਦੀ ਆ, ਉਹਦਾ ਵੀ ਚਾਰਜ ਕਦੇ ਇਨਕਰੀਜ਼ ਹੋ ਰਿਹਾ, ਡਿਕਰੀਜ਼ ਹੋ ਰਿਹਾ। ਜੇ ਵੋਲਟੇਜ ਇਨਕਰੀਜ਼ ਕੀਤੀ ਇੱਕੋ ਦਮ ਤਾਂ ਵੈਕਿਊਮ ਟਿਊਬਸ ਤੁਸੀਂ ਦੇਖੀਆਂ ਹੋਣਗੀਆਂ ਬੱਚੇ, ਇੱਕੋ ਦਮ ਜਿੱਦਾਂ ਤੁਸੀਂ ਔਨ ਕਰਦੇ ਆ ਤਾਂ ਇੱਕੋ ਦਮ ਗਰਮ ਨਹੀਂ ਹੋ ਜਾਂਦੀ, ਜਾਂ ਮਤਲਬ ਉਹਦਾ ਪ੍ਰੋਸੀਜਰ ਵੀ ਉਹਦਾ ਵੀ ਸਟ੍ਰੇਟ ਲਾਈਨ ਨਹੀਂ ਬਣਦਾ। ਸੋ ਆ ਵੀ ਨਹੀਂ ਆ। ਸੋ ਨੈਕਸਟ ਆਪਸ਼ਨ ਆ ਆਲ ਆਫ ਦਾ ਅਬਵ। ਇਹਨਾਂ ਵਿੱਚੋਂ ਕੋਈ ਵੀ ਨਹੀਂ ਕਰਦਾ, ਸੋ ਆ ਗਿਆ ਸਾਡਾ D ਆਪਸ਼ਨ, ਵੀ ਇਹਨਾਂ 'ਚੋਂ ਕੋਈ ਵੀ ਨਹੀਂ ਕਰਦਾ। ਨੈਕਸਟ ਆ ਜਾਓ, ਕਿਰਚੌਫ ਫਸਟ ਲਾਅ ਐਂਡ ਸੈਕਿੰਡ ਲਾਅ ਆਰ ਰਿਸਪੈਕਟਿਵਲੀ ਬੇਸਡ। ਅਦਰਵਾਈਜ਼ ਤਾਂ ਬੱਚੇ ਇਸ ਵੀਡੀਓ ਦੇ ਵਿੱਚ ਅਸੀਂ ਕਿਰਚੌਫਸ ਲਾਅ ਨਹੀਂ ਕਰ ਰਹੇ, ਬਟ ਹੁਣ ਕੁਐਸਚਨ ਆ ਗਿਆ ਤਾਂ ਤੁਹਾਨੂੰ ਆਨਸਰ ਦੱਸ ਦਿੰਦੀ ਹਾਂ ਵੀ ਕਿਹੜੀ ਚੀਜ਼ ਨੂੰ ਓਬੇ ਕਰਦਾ ਆ, ਚਾਰਜ ਐਂਡ ਐਨਰਜੀ ਨੂੰ। ਸੋ ਇਹਦਾ B ਆਪਸ਼ਨ ਆ ਜਾਏਗਾ, ਚਾਰਜ ਐਂਡ ਐਨਰਜੀ। ਨੈਕਸਟ ਕੁਐਸਚਨ ਆ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਕੁਐਸਚਨ। ਸੋ ਬੱਚੇ ਇੱਦਾਂ ਦਾ ਕੁਐਸਚਨ ਆਪਣੀ ਬੁੱਕ ਵਿੱਚੋਂ ਵੀ ਦੇਖ ਲੈਣਾ, ਕੋਈ ਵੀ ਕੁਐਸਚਨ ਇੱਦਾਂ ਦਾ ਤੁਸੀਂ ਛੱਡ ਕੇ ਨਹੀਂ ਜਾਣਾ। ਵਿਦ ਇਨਕਰੀਜ਼ ਇਨ ਟੈਂਪਰੇਚਰ, ਜਿੱਦਾਂ ਹੀ ਤੁਸੀਂ ਟੈਂਪਰੇਚਰ ਇਨਕਰੀਜ਼ ਕੀਤਾ ਦਾ ਰੈਜ਼ਿਸਟਿਵਿਟੀ ਆਫ ਕੰਡਕਟਰ, ਰੈਜ਼ਿਸਟਿਵਿਟੀ ਨੂੰ ਕੀ ਹੋਏਗਾ, ਆਪਾਂ ਹੁਣੇ ਬੱਚੇ ਉਹ ਪੇਜ ਪੜ੍ਹ ਕੇ ਹਟੀਆਂ। ਕੰਡਕਟਰਸ ਦੇ ਵਿੱਚ ਰੈਜ਼ਿਸਟਿਵਿਟੀ ਕੀ ਹੋ ਜਾਂਦੀ ਆ, ਇਨਕਰੀਜ਼ ਹੋ ਜਾਂਦੀ ਆ। ਕੰਡਕਟਰ ਵਿੱਚ ਇਨਕਰੀਜ਼ ਹੋ ਜਾਂਦੀ ਆ, ਇਨਸੂਲੇਟਰ ਦੇ ਵਿੱਚ ਡਿਕਰੀਜ਼ ਹੋ ਜਾਂਦੀ ਆ, ਸੈਮੀਕੰਡਕਟਰ ਦੇ ਵਿੱਚ ਪਰਟੀਕੂਲਰ ਕ੍ਰਿਟੀਕਲ ਟੈਂਪਰੇਚਰ 'ਤੇ ਜਾ ਕੇ ਉਹ ਕੀ ਹੋ ਜਾਂਦੀ ਆ, ਹੌਲੀ ਡਿਕਰੀਜ਼ ਹੁੰਦੀ ਹੈ, ਦੈਨ ਸੁਪਰ ਕੰਡਕਟਰ ਦੇ ਵਿੱਚ ਉਹ 0 ਹੋ ਜਾਂਦੀ ਆ। ਸੋ ਕੰਡਕਟਰ ਦੇ ਵਿੱਚ ਕੀ ਹੁੰਦਾ ਆ, ਰੈਜ਼ਿਸਟਿਵਿਟੀ ਇਨਕਰੀਜ਼ ਹੋ ਜਾਂਦੀ ਆ। ਸੋ ਮੋਸਟ ਇੰਪੋਰਟੈਂਟ ਕੁਐਸਚਨ ਆ ਬੱਚੇ, ਛੱਡ ਕੇ ਨਹੀਂ ਜਾਣੇ ਇੱਦਾਂ ਦੇ ਕੁਐਸਚਨ। ਨੈਕਸਟ ਆ, ਰੈਜ਼ਿਸਟਿਵਿਟੀ ਆਫ ਕੰਡਕਟਰ ਡਿਪੈਂਡਸ ਔਨ। ਹੁਣ ਰੈਜ਼ਿਸਟਿਵਿਟੀ ਰੋ ਕਿਹੜੀ ਚੀਜ਼ 'ਤੇ ਡਿਪੈਂਡ ਕਰਦੀ ਆ? ਦੋ ਹੀ ਚੀਜ਼ਾਂ ਆ, ਜਾਂ ਤਾਂ ਮਟੀਰੀਅਲ 'ਤੇ ਡਿਪੈਂਡ ਕਰਦੀ ਆ ਜਾਂ ਫਿਰ ਟੈਂਪਰੇਚਰ 'ਤੇ ਡਿਪੈਂਡ ਕਰਦੀ ਆ। ਬੱਚੇ ਥਿਓਰੀ ਯਾਦ ਰੱਖਣੀ ਆ। ਅਗਰ ਤੁਹਾਨੂੰ ਕਨਸੈਪਟ ਚੰਗੇ ਤਰੀਕੇ ਨਾਲ ਕਲੀਅਰ ਆ ਤਾਂ MCQs ਕਰਨੇ ਬਹੁਤ ਈਜ਼ੀ ਹੋਣਗੇ। ਅਗਰ ਤੁਸੀਂ ਹਵਾ 'ਚ ਤੀਰ ਲਗਾਓਗੇ ਤਾਂ ਬੱਚੇ ਬਹੁਤ ਡਿਫੀਕਲਟ ਹੋਣਗੇ MCQs। ਸੋ ਰੈਜ਼ਿਸਟਿਵਿਟੀ ਆਫ ਕੰਡਕਟਰ ਕਿਹੜੀ ਚੀਜ਼ 'ਤੇ ਡਿਪੈਂਡ ਕਰਦੀ ਆ? ਮਟੀਰੀਅਲ 'ਤੇ ਡਿਪੈਂਡ ਕਰਦੀ ਆ, ਕ੍ਰੋਸ ਸੈਕਸ਼ਨ 'ਤੇ ਨਹੀਂ ਕਰਦੀ, ਲੈਂਥ 'ਤੇ ਵੀ ਨਹੀਂ ਕਰਦੀ, ਆਲ ਆਫ ਅਬਵ ਇਹ 'ਤੇ ਵੀ ਨਹੀਂ। ਸੋ ਆਨਸਰ ਆ ਗਿਆ ਮਟੀਰੀਅਲ। ਨੈਕਸਟ ਆ ਜਾਓ, what will be the resistance R of a wire when resistance is half। ਹੁਣ ਬੱਚੇ ਤੁਸੀਂ ਰੇਡੀਅਸ ਨੂੰ ਹਾਫ ਕਰ ਦਿਓ, length is reduced to 1/4 of its original length। ਸੋ ਬੱਚੇ ਸਾਨੂੰ ਟਰਮਸ ਗਿਵਨ ਆ, ਇਹਨੂੰ ਅਸੀਂ ਪੁੱਟ ਕਰਦੇ ਹਾਂ ਫਾਰਮੂਲੇ 'ਚ ਤਾਂ ਦੇਖਦੇ ਹਾਂ ਸਾਡਾ ਆਨਸਰ ਕਿੰਨਾ ਆਏਗਾ। ਸੋ ਸਭ ਤੋਂ ਪਹਿਲਾਂ ਬੱਚੇ ਅਸੀਂ ਸਿੰਪਲ ਫਾਰਮੂਲਾ ਲਿਖ ਲੈਂਦੇ ਹਾਂ। R ਕਿਹਦੇ ਇਕੁਅਲ ਹੁੰਦਾ ਆ, ਰੋ L over A। ਹੁਣ ਸੈਕਿੰਡ ਉਹਨਾਂ ਨੇ ਜੋ ਸਾਨੂੰ ਕਿਹਾ ਸੀ ਉਹ ਲਿਖਦੇ ਹਾਂ, R' ਕਿਹਦੇ ਇਕੁਅਲ ਹੋਏਗਾ, ਰੋ। ਧਿਆਨ ਨਾਲ ਦੇਖੋ ਬੱਚੇ, ਜਿਹੜਾ ਰੇਡੀਅਸ ਆ ਉਹਨੂੰ ਅਸੀਂ ਕੀ ਕਰ ਦਿੱਤਾ, ਹਾਫ ਕਰ ਦਿੱਤਾ। ਇਹਦਾ ਮਤਲਬ ਤੁਹਾਡੇ ਕੋਲ R ਸੀ, ਅਸੀਂ ਕੀ ਕਰ ਦਿੱਤਾ, R/2 ਕਰ ਦਿੱਤਾ। ਸੋ ਲੈਂਥ ਇਜ਼ ਰਿਡਿਊਸਡ 1/4 L ਡਿਵਾਈਡਡ ਬਾਈ 4 ਮਲਟੀਪਲਾਈ ਏਰੀਆ ਕੀ ਆ ਬੱਚੇ, πr²। ਸੋ πr ਦੀ ਜਗ੍ਹਾ 'ਤੇ ਕੀ ਲਿਖ ਰਹੇ ਹਾਂ, R/2 ਦਾ ਹੋਲ ਸਕੁਅਰ। ਹੁਣ ਇਹਨੂੰ ਸੋਲਵ ਕਰਕੇ ਦੇਖੋ, ਰੋ L ਡਿਵਾਈਡਡ ਬਾਈ 4 ਮਲਟੀਪਲਾਈ ਬਾਈ ਪਾਈ ਸਕੁਅਰ R² ਡਿਵਾਈਡਡ ਬਾਈ 2 2 ਜਾ 4। ਸੋ 4 ਦੇ ਨਾਲ ਬੱਚੇ 4 ਕੈਂਸਲ ਆਊਟ ਹੋ ਗਿਆ। ਹੁਣ ਧਿਆਨ ਨਾਲ ਦੇਖੋ, πr² ਮਤਲਬ ਕਿ ਏਰੀਆ ਹੀ ਆ। ਸੋ ਸਾਡਾ ਆਨਸਰ ਆ ਗਿਆ ਰੋ L over A। ਦੇਖ ਲਓ ਸੇਮ ਆਨਸਰ ਆਇਆ ਜੋ ਪਹਿਲੇ ਦਾ ਆਨਸਰ ਸੀ। ਇਹਦਾ ਮਤਲਬ ਪਹਿਲਾ ਵੀ R ਸੀ, R' ਵੀ ਕਿੰਨਾ ਆ ਗਿਆ, R। ਸੋ ਆਨਸਰ ਆ ਗਿਆ C ਆਪਸ਼ਨ R। ਨੈਕਸਟ ਆ ਇੰਪੋਰਟੈਂਟ ਕੁਐਸਚਨ ਆ ਬੱਚੇ, ਦ ਰੈਜ਼ਿਸਟੈਂਸ ਆਫ ਅ ਕੰਡਕਟਰ ਇਨਕਰੀਜ਼ਿਜ਼ ਵਿਦ। ਜਿਹੜੀ ਰੈਜ਼ਿਸਟੈਂਸ ਆ ਕਿਸੇ ਕੰਡਕਟਰ ਦੀ ਉਹ ਇਨਕਰੀਜ਼ ਹੋਗੀ, ਕਾਹਦੇ ਨਾਲ ਇਨਕਰੀਜ਼ ਹੋਗੀ? ਹੁਣ ਧਿਆਨ ਨਾਲ ਬੱਚੇ ਇੱਦਾਂ ਦੇ ਕੁਐਸਚਨਸ ਇੰਪੋਰਟੈਂਟ ਆ, ਧਿਆਨ ਨਾਲ ਦੇਖਣਾ ਆ। ਇਨਕਰੀਜ਼ ਇਨ ਲੈਂਥ,
ਸਾਨੂੰ ਪਤਾ ਕਿ ਰੈਜ਼ਿਸਟੈਂਸ ਅਗਰ ਅਸੀਂ ਲੈਂਥ ਇਨਕਰੀਜ਼ ਕਰਾਂਗੇ ਤਾਂ ਕੰਡਕਟਿਵਿਟੀ ਇਨਕਰੀਜ਼ ਹੋ ਜਾਏਗੀ। ਇਨਕਰੀਜ਼ ਇਨ ਟੈਂਪਰੇਚਰ, ਸੋ ਟੈਂਪਰੇਚਰ 'ਤੇ ਵੀ ਡਿਪੈਂਡ ਕਰਦੀ ਹੈ, ਮਤਲਬ ਇੱਥੇ ਵੀ ਕਰੇਗੀ। ਡਿਕਰੀਜ਼ ਇਨ ਕ੍ਰੋਸ ਸੈਕਸ਼ਨ ਏਰੀਆ, ਜਿੱਦਾਂ ਹੀ ਕ੍ਰੋਸ ਸੈਕਸ਼ਨ ਏਰੀਆ ਡਿਕਰੀਜ਼ ਕਰੇਗਾ ਤਾਂ ਇਹ ਡਿਕਰੀਜ਼ ਹੋ ਜਾਏਗੀ। ਸੋ ਬੱਚੇ ਤੁਸੀਂ ਫਾਰਮੂਲੇ ਤੋਂ ਵੀ ਸਿੱਖ ਸਕਦੇ ਆ। ਰੋ L/A, ਉਹਨਾਂ ਨੇ ਕਿਹਾ ਰੈਜ਼ਿਸਟੈਂਸ ਆਫ ਕੰਡਕਟਰ ਇਨਕਰੀਜ਼। ਆਰ ਕਦੋਂ ਇਨਕਰੀਜ਼ ਹੋਊਗੀ? ਜਦੋਂ ਲੈਂਥ ਇਨਕਰੀਜ਼ ਹੋਊਗੀ ਤਾਂ ਏਰੀਆ ਡਿਕਰੀਜ਼ ਹੋਊਗਾ। ਸੋ ਲੈਂਥ ਇਨਕਰੀਜ਼ ਹੋਊਗਾ, ਏਰੀਆ ਡਿਕਰੀਜ਼ ਹੋਊਗਾ, ਟੈਂਪਰੇਚਰ ਦੇ ਨਾਲ ਤਾਂ ਬੱਚੇ ਫਰਕ ਪੈਂਦਾ ਹੀ ਪੈਂਦਾ, ਮਤਲਬ ਸਾਰੇ ਆਨਸਰ ਆ ਰਹੇ ਆ। ਸੋ ਆਲ ਆਫ ਅਬਵ ਤਾਂ ਡੀ ਫਾਈਨਲੀ ਆਨਸਰ ਆ ਜਾਏਗਾ। ਸੋ ਇਹਦਾ ਆਨਸਰ 12th ਦਾ ਕੀ ਆਏਗਾ? ਡੀ ਆਨਸਰ। ਬੱਚੇ ਨੈਕਸਟ ਬੀਟਸਟੋਨ ਬ੍ਰਿਜ ਦਾ ਕੁਐਸਚਨ ਆ, ਜੋ ਕਿ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਨੈਕਸਟ ਦੇਖੋ, ਇਨ ਕੇਸ ਆਫ ਅ ਇੰਸੂਲੇਟਰ ਐਜ਼ ਦ ਟੈਂਪਰੇਚਰ ਡਿਕਰੀਜ਼ਿਜ਼। ਸੋ ਧਿਆਨ ਨਾਲ ਬੱਚੇ ਆਪਾਂ ਹੁਣੇ ਕਨਸੈਪਟ ਪੜ੍ਹ ਕੇ ਹਟੇ ਹਾਂ, ਸੋ ਧਿਆਨ ਨਾਲ ਇਹਦਾ ਆਨਸਰ ਦਿਓ ਕਿ ਅਗਰ ਅਸੀਂ ਇੰਸੂਲੇਟਰ ਲੈਂਦੇ ਹਾਂ ਟੈਂਪਰੇਚਰ ਡਿਕਰੀਜ਼ ਤਾਂ ਉਹਦੀ ਰੈਜ਼ਿਸਟਿਵਿਟੀ ਕੀ ਹੋਏਗੀ? ਅਗਰ ਇੰਸੂਲੇਟਰ ਲੈਂਦੇ ਹਾਂ, ਹੁਣ ਸਾਡੇ ਕੋਲ ਕਨਸੈਪਟ ਸੀ ਬੱਚੇ, ਹਲਕਾ ਜਿਹਾ ਤੁਹਾਨੂੰ ਰਿਵਾਈਜ਼ ਕਰਵਾ ਦਿੰਦੀ ਹਾਂ। ਕੰਡਕਟਰ ਦੀ ਕੇਸ ਦੇ ਵਿੱਚ ਕੀ ਹੁੰਦਾ ਆ, ਜਿੱਦਾਂ ਹੀ ਅਸੀਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਤਾਂ ਰੈਜ਼ਿਸਟਿਵਿਟੀ ਵੀ ਕੀ ਹੋ ਜਾਂਦੀ ਆ? ਇਨਕਰੀਜ਼ ਕਰ ਜਾਂਦੀ ਆ। ਅਗਰ ਅਸੀਂ ਇੰਸੂਲੇਟਰ ਦੀ ਗੱਲ ਕਰਦੇ ਹਾਂ, ਅਗਰ ਇਹਦੇ ਵਿੱਚ ਅਸੀਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਤਾਂ ਜਿਹੜੀ ਉਹਦੀ ਰੈਜ਼ਿਸਟਿਵਿਟੀ ਹੁੰਦੀ ਆ ਉਹ ਕੀ ਹੋ ਜਾਂਦੀ ਆ? ਡਿਕਰੀਜ਼ ਕਰ ਜਾਂਦੀ ਆ। ਹੁਣ ਉਹਨਾਂ ਨੇ ਕਿਹਾ ਕਿ ਟੈਂਪਰੇਚਰ ਘਟ ਗਿਆ, ਟੈਂਪਰੇਚਰ ਕੀ ਹੋ ਗਿਆ? ਡਿਕਰੀਜ਼। ਇਹਦਾ ਮਤਲਬ ਟੈਂਪਰੇਚਰ ਡਿਕਰੀਜ਼ ਅਗਰ ਕਰ ਗਿਆ ਇੰਸੂਲੇਟਰ ਦੀ ਕੇਸ ਦੇ ਵਿੱਚ ਤਾਂ ਰੈਜ਼ਿਸਟਿਵਿਟੀ ਕੀ ਹੋ ਜੂਗੀ? ਇਨਕਰੀਜ਼ ਹੋ ਜੂਗੀ। ਕਲੀਅਰ ਹੋ ਗਿਆ? ਸੋ ਇਹ ਆਪਸ਼ਨ ਆ ਜੂਗੀ ਇਨਕਰੀਜ਼। ਐਸਆਈ ਯੂਨਿਟ ਆਫ ਕੰਡਕਟਿਵਿਟੀ। ਸੋ ਐਸਆਈ ਯੂਨਿਟ ਬੱਚੇ ਕੰਡਕਟਿਵਿਟੀ ਦੇ ਕੀ ਹੁੰਦੀ ਆ? ਮਹੋ ਪਰ ਮੀਟਰ। ਸੋ ਡੀ ਆਪਸ਼ਨ ਆ ਜਾਏਗੀ, ਮਹੋ ਪਰ ਮੀਟਰ। 16th ਕੁਐਸਚਨ ਦੇਖੋ, two wires of a copper having length L and 2L and cross section area 2A and A respectively, the ratio of their specific resistance। ਬੱਚੇ ਆ ਚੀਜ਼ ਧਿਆਨ ਨਾਲ ਸਮਝੋ, specific resistance ਮਤਲਬ ਉਹ ਰੋ ਦੀ ਗੱਲ ਕਰ ਰਹੇ ਆ, ਨਾ ਕਿ ਆਰ ਦੀ ਗੱਲ। ਠੀਕ ਹੈ, ਬਹੁਤ ਸਾਰੇ ਬੱਚੇ ਕਨਫਿਊਜ਼ ਹੋ ਜਾਣਗੇ, ਉਹਨਾਂ ਨੇ ਆਰ ਸੋਲਵ ਕਰ ਲੈਣਾ। ਸੋ ਸਪੈਸੀਫਿਕ ਰੈਜ਼ਿਸਟੈਂਸ ਮਤਲਬ ਕਿ ਰੋ ਫਾਈਂਡ ਆਊਟ ਕਰਨੀ ਤੁਸੀਂ। ਜਦੋਂ ਅਸੀਂ ਰੋ ਫਾਈਂਡ ਆਊਟ ਕਰਨੀ ਆ, ਉਹ ਕਹਿੰਦੇ 2 ਵਾਇਰਸ ਆ ਕਾਪਰ ਦੀਆਂ ਆ, ਤਾਂ ਕੈਲਕੂਲੇਸ਼ਨ 'ਤੇ ਜਾਣ ਦੀ ਜ਼ਰੂਰਤ ਨਹੀਂ ਆ। ਅਸੀਂ ਕੀ ਕਰਨਾ ਆ? ਰੋ ਓਵਰ ਰੋ ਡੈਸ਼। ਸਾਨੂੰ ਪਤਾ ਬੱਚੇ ਮਟੀਰੀਅਲ ਸੇਮ ਆ, ਸੋ ਇਹਦੀ ਰੇਸ਼ੋ ਹਮੇਸ਼ਾ ਹੀ ਸੇਮ ਆਊਗੀ। ਸੋ 1:1 ਹੀ ਆਊਗੀ। ਸੋ ਛੋਟਾ ਜਿਹਾ ਟ੍ਰਿਕ ਆ ਬੱਚੇ, ਕੈਲਕੂਲੇਸ਼ਨ 'ਚ ਅਸੀਂ ਫਸਣਾ ਹੀ ਨਹੀਂ, ਸਿੱਧਾ ਟ੍ਰਿਕ ਆ। ਅਗਰ 2 ਵਾਇਰਸ ਆ, ਦੋਨਾਂ ਦਾ ਮਟੀਰੀਅਲ ਸੇਮ ਆ, ਅਗਰ ਸਪੈਸੀਫਿਕ ਰੈਜ਼ਿਸਟੈਂਸ ਦੀ ਜਾਂ ਰੈਜ਼ਿਸਟਿਵਿਟੀ ਦੀ ਉਹਨਾਂ ਨੇ ਰੇਸ਼ੋ ਪਤਾ ਕਰਨ ਨੂੰ ਕਿਹਾ, ਤਾਂ ਰੇਸ਼ੋ ਜਿਹੜੀ 1:1 ਹੀ ਆਏਗੀ। ਮੰਨ ਲਓ ਇੱਥੇ 12/12 ਹੈ ਤਾਂ 12 ਨਾਲ ਕੱਟ ਕੇ 1/1 ਆ ਗਈ। ਸੋ ਮੰਨ ਲਓ ਕਿਸੇ ਇੱਕ ਦੀ ਜਿਹੜੀ ਰੈਜ਼ਿਸਟਿਵਿਟੀ ਆ 1.56 ਆ, ਇਹਦੀ ਵੀ 1.56 ਹੋਊਗੀ, ਤਾਂ ਕੱਟ ਕੇ 1 ਆ ਜਾਣੀ। ਸੋ ਸ਼ਾਰਟਕਟ ਮੈਥਡ ਆ, ਅਗਰ ਇਹਨਾਂ ਦੀ ਰੇਸ਼ੋ ਪਤਾ ਕਰੀ ਜਾਵੇ ਤਾਂ ਆਲਵੇਜ਼ 1:1 ਹੋਏਗੀ। ਸੋ ਡੀ ਇਜ਼ ਦਾ ਆਪਸ਼ਨ। ਨੈਕਸਟ ਦੇਖੋ ਬੱਚੇ, ਅਗਰ ਤੁਸੀਂ ਬਾਈ ਰੂਲ ਇਹਨੂੰ ਮੈਥਮੈਟੀਕਲੀ ਵੈਸੇ ਸੋਲਵ ਕਰਕੇ ਦੇਖੋਗੇ ਤੁਹਾਡਾ ਆਨਸਰ ਕੁਝ ਹੋਰ ਆਏਗਾ। ਸੋ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਇਹ ਟ੍ਰਿਕ ਦੇ ਨਾਲ ਹੀ ਹੋਏਗਾ। ਅਗਰ ਤੁਸੀਂ ਕੈਲਕੂਲੇਸ਼ਨ ਦੇ ਨਾਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਆਨਸਰ ਕੁਝ ਹੋਰ ਆਏਗਾ। ਨੈਕਸਟ ਦੇਖੋ, ਡਿਮੈਂਸ਼ਨਲ ਫਾਰਮੂਲਾ ਆਫ ਰੈਜ਼ਿਸਟੈਂਸ ਇਜ਼। ਸੋ ਬੱਚੇ ਰੈਜ਼ਿਸਟੈਂਸ ਦਾ ਡਿਮੈਂਸ਼ਨਲ ਫਾਰਮੂਲਾ ਕੀ ਆ? ML² T-3A-2। ਸੋ ਬੱਚੇ ਈਜ਼ੀ ਹੈ, ਇਸ ਕਰਕੇ ਮੈਂ ਇਹਦੀ ਵੈਲਿਊ ਹੁਣ ਤੁਹਾਨੂੰ ਸੋਲਵ ਕਰਕੇ ਨਹੀਂ ਦਿਖਾ ਰਹੀ, ਅਦਰਵਾਈਜ਼ ਤੁਸੀਂ ਖੁਦ ਸੋਲਵ ਕਰਕੇ ਦੇਖ ਲੈਣਾ, ਇੰਪੋਰਟੈਂਟ ਕੁਐਸਚਨ ਹੈ। ਨਹੀਂ ਹੋਏਗਾ ਤਾਂ ਮੈਂ ਐਕਸਪਲੇਨ ਕਰ ਦੂੰਗੀ। ਨੈਕਸਟ ਦੇਖੋ, ਡਿਮੈਂਸ਼ਨਲ ਫਾਰਮੂਲਾ ਆਫ। ਹੁਣ ਡਿਮੈਂਸ਼ਨਲ ਫਾਰਮੂਲਾ ਫॉर ਰੈਜ਼ਿਸਟੈਂਸਿਸ, ਬੱਚੇ ਸੇਮ ਕੁਐਸਚਨ ਹੀ ਰਿਪੀਟ ਕਰ ਦਿੱਤਾ ਉਹਨਾਂ ਨੇ। ਨੈਕਸਟ ਦੇਖੋ, ਅ ਵਾਇਰ ਆਫ ਲੈਂਥ L, ਕਿਸੇ ਵਾਇਰ ਆ ਉਹਦੀ ਲੈਂਥ ਕਿੰਨੀ ਆ? L ਇਜ਼ ਡਰੋਨ ਟੂ 2L। ਪਹਿਲਾਂ ਉਹਦੀ ਲੈਂਥ ਕਿੰਨੀ ਸੀ? L। ਹੁਣ ਉਹਦੀ ਲੈਂਥ ਕਿੰਨੀ ਆ, ਮਤਲਬ L1 ਕਿੰਨੀ ਸੀ? L, ਅਤੇ L2 ਕਿੰਨੀ ਆ? 2L। ਦੈਨ ਇਟਸ ਰੈਜ਼ਿਸਟੈਂਸ, ਤਾਂ ਉਹਦੀ ਰੈਜ਼ਿਸਟੈਂਸ ਨੂੰ ਕੀ ਫਰਕ ਪਏਗਾ? ਹੁਣ ਦੇਖੋ ਬੱਚੇ, ਰੋ ਕਿਹਦੀ ਆਰ ਕਿਹਦੀ ਇਕੁਅਲ ਹੁੰਦੀ ਆ? ਰੋ L/A। ਇੱਧਰ ਕੀ ਆਏਗਾ? ਰੋ ਆਰ ਰੋ L ਡਿਵਾਈਡਡ ਬਾਈ, ਬੱਚੇ ਅਗਰ ਲੈਂਥ ਇਨਕਰੀਜ਼ ਹੋਗੀ ਤਾਂ ਏਰੀਆ ਡੈਫੀਨੇਟਲੀ ਡਿਕਰੀਜ਼ ਹੋਏਗਾ। ਸੋ ਆਹ ਵਾਲਾ 2 ਉੱਪਰ ਲੈ ਜਾਓ ਤਾਂ ਆ ਜਾਏਗਾ 4 ਰੋ L/A। ਸੋ ਕੀ ਹੋਏਗਾ? 4 ਟਾਈਮਸ ਜਿਹੜਾ ਤੁਹਾਡਾ ਇਨਕਰੀਜ਼ ਹੋ ਜਾਏਗਾ। ਸੋ ਆਨਸਰ ਆ ਜਾਏਗਾ ਇਨਕਰੀਜ਼ਿੰਗ 4 ਟਾਈਮਸ। ਸੋ 19th ਦਾ ਬੱਚੇ ਇਹ ਆਨਸਰ ਆ ਜਾਏਗਾ, ਇਨਕਰੀਜ਼ਿੰਗ 4 ਟਾਈਮਸ। ਸੋ ਬੱਚੇ ਆਹ ਵਾਲੇ ਜਿਹੜੇ ਗ੍ਰਾਫ ਵਾਲੇ ਕੁਐਸਚਨਸ ਆ, ਇਹ ਇੰਪੋਰਟੈਂਟ ਆ CBSE ਦੇ ਅਕੋਰਡਿੰਗਲੀ। ਪੰਜਾਬ ਬੋਰਡ 'ਚ ਹਾਲੇ ਤੱਕ ਇੱਦਾਂ ਦੇ ਕੁਐਸਚਨਸ ਨਹੀਂ ਆਏ,
बट ये मोस्ट इंपॉर्टेंट आ CBSE ਦੇ ਅਕੋਰਡਿੰਗਲੀ। सो ਆਪਾਂ ਇੱਕ ਵਾਰੀ ਇਹਨੂੰ ਕਰ ਜ਼ਰੂਰ ਲੈਂਦੇ ਹਾਂ, ਹੋ ਸਕਦਾ ਤੁਹਾਡੇ एग्जाम ਦੇ ਵਿੱਚ ਇਹ ਕੁਐਸਚਨ ਪੁੱਛ ਲਏ ਜਾਣ। ਸਭ ਤੋਂ ਪਹਿਲਾਂ ਤਾਂ ਬੱਚੇ ਧਿਆਨ ਦੇਣਾ ਆ ਕਿ VI ਗ੍ਰਾਫ ਆ ਕਿ IV ਗ੍ਰਾਫ ਹੈ। ਹੁਣ V ਇਸ ਪਾਸੇ ਆ ਤੇ I ਇਸ ਪਾਸੇ ਆ। ਸੋ V ਕਿਹਦੇ ਇਕੁਅਲ ਹੁੰਦਾ I R ਦੇ। ਸੋ R ਕਿਹਦੇ ਇਕੁਅਲ ਹੋਏਗਾ V ਡਿਵਾਈਡਡ ਬਾਈ I ਦੇ। ਸੋ ਇਸ ਚੀਜ਼ ਦਾ ਧਿਆਨ ਰੱਖਣਾ, ਠੀਕ ਹੈ ਜੀ। ਉਹਨਾਂ ਨੇ ਕਿਹਾ ਗ੍ਰਾਫ ਦੇ ਵਿਚਕਾਰ V ਐਂਡ I R ਪਲਾਟ ਫॉर ਅ ਕੰਡਕਟਰ ਐਟ ਟੈਂਪਰੇਚਰ T1 ਐਂਡ T2। ਹੁਣ ਬੱਚੇ ਜਿਹਦਾ ਟੈਂਪਰੇਚਰ ਜ਼ਿਆਦਾ ਹੋਏਗਾ ਉਹਦੀ ਰੈਜ਼ਿਸਟੈਂਸ ਵੀ ਜ਼ਿਆਦਾ ਹੋਏਗੀ। ਅਸੀਂ ਫਾਰਮੂਲੇ ਦੇ ਅਕੋਰਡਿੰਗਲੀ ਪੜ੍ਹ ਚੁੱਕੇ ਹਾਂ ਕਿ ਕੰਡਕਟਰ ਦੇ ਕੇਸਿਸ ਦੇ ਵਿੱਚ, ਕਿਉਂਕਿ ਇੱਥੇ ਕੰਡਕਟਰ ਕਿਆ ਆ, ਜਿੱਦਾਂ ਹੀ ਅਸੀਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਰੈਜ਼ਿਸਟੈਂਸ ਵੀ ਇਨਕਰੀਜ਼ ਹੋ ਜੂਗੀ। ਇਹਦਾ ਮਤਲਬ T2 ਜ਼ਿਆਦਾ ਵੱਡਾ ਹੋਏਗਾ, ਸੋ ਇਹਦਾ ਮਤਲਬ ਰੈਜ਼ਿਸਟੈਂਸ ਉਹਦੀ ਜ਼ਿਆਦਾ ਵੱਡੀ ਹੋਏਗੀ। ਸੋ ਟੈਂਪਰੇਚਰ ਇੱਥੋਂ ਕੀ ਸਾਨੂੰ ਕਲੀਅਰ ਹੋ ਰਿਹਾ ਕਿ T2 ਜਿਹੜਾ ਆ, ਵੈਸੇ ਉਹਦੀ ਗ੍ਰਾਫ ਵੋਲਟੇਜ ਜਿਹੜੀ ਇੱਥੇ ਤੱਕ ਜਾ ਰਹੀ ਆ, ਠੀਕ ਹੈ, ਵੋਲਟੇਜ ਜਿਹਦੀ ਜ਼ਿਆਦਾ ਆ ਉਹਦੀ ਰੈਜ਼ਿਸਟੈਂਸ ਜ਼ਿਆਦਾ ਆ, ਸੋ ਉਹਦਾ ਟੈਂਪਰੇਚਰ ਜ਼ਿਆਦਾ ਆ। ਸੋ ਇਹਦਾ ਮਤਲਬ T2 ਕੀ ਹੈ, ਸਾਨੂੰ ਪਤਾ ਲੱਗ ਰਿਹਾ ਵੀ ਜ਼ਿਆਦਾ ਆ ਐਜ਼ ਕੰਪੈਰੇਟਿਵ ਟੂ T1। ਸੋ T2 ਜਿਹੜਾ ਗ੍ਰੇਟਰ ਆ ਉਹ ਕਿਹਦੇ ਇਕੁਅਲ ਆ T1 ਦੇ। ਤੁਸੀਂ ਆਪਣੀ ਕਾਪੀ ਦੇ ਉੱਪਰ ਇੱਕ ਲਾਈਨ ਲਿਖ ਸਕਦੇ ਆ, ਐਜ਼ ਦ ਰੈਜ਼ਿਸਟੈਂਸ ਆਫ ਅ ਕੰਡਕਟਰ ਇਜ਼ ਮੋਰ ਐਟ ਹਾਈ ਟੈਂਪਰੇਚਰ ਐਂਡ ਲੈਸ ਐਟ ਲੋ ਟੈਂਪਰੇਚਰ, ਹੈਂਸ T2 ਇਜ਼ ਗ੍ਰੇਟਰ ਦੈਨ T1। ਸੋ ਨੈਕਸਟ ਕੁਐਸਚਨ ਆ ਬੱਚੇ, ਖੁਦ ਟਰਾਈ ਕਰਕੇ ਦੇਖੋ, ਇੱਕ ਵਾਰੀ ਪੜ੍ਹ ਲਓ, ਵੀਡੀਓ ਨੂੰ ਪੌਜ਼ ਕਰੋ, ਦੈਨ ਸੋਲਵ ਕਰਕੇ ਦੇਖਣ ਦੀ ਕੋਸ਼ਿਸ਼ ਕਰੋ। ਸੋ ਹੁਣ ਤੁਸੀਂ ਪੌਜ਼ ਹਟਾ ਕੇ ਅਗਰ ਵਾਪਸ ਆਏ ਆ ਤਾਂ ਧਿਆਨ ਨਾਲ ਦੇਖ ਲਓ। ਹੁਣ ਬੱਚੇ ਇੱਧਰ ਕੀ ਆ V ਤੇ ਇੱਧਰ ਕੀ ਆ I। ਪਹਿਲਾਂ ਇੱਧਰ I ਸੀ, ਉੱਪਰ V ਸੀ, ਹੁਣ ਇੱਧਰ I ਆ, ਇੱਧਰਲੇ ਪਾਸੇ V ਆ। ਇਹਦਾ ਮਤਲਬ ਸਿਚੁਏਸ਼ਨ ਬਦਲ ਗਈ। ਹੁਣ ਉਹਨਾਂ ਨੇ ਕਿਹਾ T1 ਐਂਡ T2 ਦੋ ਟੈਂਪਰੇਚਰ ਆ, ਸਾਨੂੰ ਇਹ ਦੇਖਣਾ ਕਿ ਵੋਲਟੇਜ ਕਿਹਦੀ ਜ਼ਿਆਦਾ ਆ। ਸੋ T1 ਦੀ ਵੋਲਟੇਜ ਜ਼ਿਆਦਾ ਆ, ਇੱਧਰ ਕੀ ਆ ਵੋਲਟੇਜ V ਦੀ ਘੱਟ। ਸੋ R ਕਿਹਦੀ ਇਕੁਅਲ ਸੀ V ਓਵਰ I। ਸਾਨੂੰ ਜ਼ਿਆਦਾ ਵੋਲਟੇਜ ਨਾਲ ਮਤਲਬ ਆ, ਜਿਹਦੀ ਜ਼ਿਆਦਾ ਵੋਲਟੇਜ ਹੋਏਗੀ ਉਹਦੀ ਰੈਜ਼ਿਸਟੈਂਸ ਜ਼ਿਆਦਾ ਹੋਏਗੀ, ਜਿਹਦੀ ਰੈਜ਼ਿਸਟੈਂਸ ਜ਼ਿਆਦਾ ਹੋਏਗੀ ਉਹ ਟੈਂਪਰੇਚਰ ਜ਼ਿਆਦਾ ਵੱਡਾ ਹੋਏਗਾ। ਇਹਦਾ ਮਤਲਬ T1 ਇਸ ਕੇਸ ਦੇ ਵਿੱਚ T1 ਜਿਹੜਾ ਆ ਉਹ ਜ਼ਿਆਦਾ ਵੱਡਾ ਐਜ਼ ਕੰਪੈਰੇਟਿਵ ਟੂ T2, ਕਿਉਂਕਿ ਇਹਦੀ ਵੋਲਟੇਜ ਜ਼ਿਆਦਾ ਆ। ਸੋ ਇਸ ਟਾਈਮ ਇਸ ਕੇਸ ਦੇ ਵਿੱਚ ਆਨਸਰ ਕੀ ਆਏਗਾ T1 ਇਜ਼ ਗ੍ਰੇਟਰ ਦੈਨ T2। ਸੋ ਆਨਸਰ ਆ ਜਾਏਗਾ ਬੱਚੇ B ਆਪਸ਼ਨ। ਨੈਕਸਟ ਕੁਐਸਚਨ ਦੇਖੋ, ਇਫ mobility of electron is mu e and mobility of a hole is mu h, then ਸੋ ਵੈਲਿਊ ਦੇਖਣੀ ਆ ਬੱਚੇ ਕਿਹਦੀ ਇਕੁਅਲ ਆਏਗੀ ਤੁਹਾਡੀ। ਜਿਹੜਾ ਇਲੈਕਟ੍ਰੋਨ ਆ ਉਹਦੀ ਮੋਬਿਲਿਟੀ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ ਹੋਲਸ ਦੇ ਨਾਲੋਂ। ਸੋ B ਆਪਸ਼ਨ ਆ ਜਾਏਗੀ। 22nd ਦਾ B ਆਪਸ਼ਨ ਆ ਜਾਏਗਾ। 23rd ਵਿੱਚ ਵਿਚ ਆਫ ਦਾ ਫੋਲੋਇੰਗ ਰਿਲੇਸ਼ਨ ਇਜ਼ ਨਾਟ ਕਰੈਕਟ, ਕਿਹੜਾ ਰਿਲੇਸ਼ਨ ਆ ਜਿਹੜਾ ਕਰੈਕਟ ਨਹੀਂ ਆ। ਇਹਦਾ ਆਨਸਰ C ਆ ਜਾਏਗਾ, E ਇਜ਼ ਇਕੁਅਲਸ ਟੂ J ਓਵਰ ਰੋ। 24th ਦੇਖੋ ਬੱਚੇ, ਹੀਟ ਪ੍ਰੋਡਕਟ, ਇਹ ਅਸੀਂ ਹਾਲੇ ਹੀਟ ਵਾਲੇ ਕੁਐਸਚਨ ਨਹੀਂ ਕੀਤੇ, ਸੋ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਠੀਕ ਹੈ। 25th ਵੀ ਨੈਕਸਟ, 26th ਵੀ। ਸੋ ਇਹ ਜਿਹੜੇ ਬੱਚੇ ਹੀਟ ਵਾਲੇ ਕੁਐਸਚਨਸ ਆ ਇਹ ਆਪਾਂ ਨੈਕਸਟ ਦੇ ਵਿੱਚ ਕਰਾਂਗੇ, ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। 28th ਦੇਖੋ, SI ਯੂਨਿਟ ਆਫ ਸਪੈਸੀਫਿਕ ਰੈਜ਼ਿਸਟੈਂਸ ਔਰ ਰੈਜ਼ਿਸਟਿਵਿਟੀ। ਸੋ SI ਬੱਚੇ ਇਹਦੀ ਵੈਲਿਊ ਕਿੰਨੀ ਹੁੰਦੀ ਆ ਓਮ ਮੀਟਰ। ਸੋ ਸਿੱਧਾ ਆਨਸਰ ਆ ਜਾਏਗਾ C। ਨੈਕਸਟ ਦੇਖੋ, ਸਪੈਸੀਫਿਕ ਰੈਜ਼ਿਸਟੈਂਸ ਆਫ ਅ ਵਾਇਰ ਡਿਪੈਂਡਸ ਅਪੋਨ, ਜਿਹੜੀ ਸਪੈਸੀਫਿਕ ਰੈਜ਼ਿਸਟੈਂਸ ਆ ਉਹ ਕਿਹੜੀ ਚੀਜ਼ 'ਤੇ ਡਿਪੈਂਡ ਕਰਦੀ ਆ ਮਟੀਰੀਅਲ ਦੇ ਉੱਪਰ। ਸੋ 29th ਦਾ ਬੱਚੇ ਆਨਸਰ ਦੇਖ ਲਓ, ਲੈਂਥ, ਡਾਇਆਮੀਟਰ, ਮਾਸ ਐਂਡ ਮਟੀਰੀਅਲ, D ਆਪਸ਼ਨ ਆ ਜਾਏਗੀ ਮਟੀਰੀਅਲ। 6 ਦੇਖੋ, ਕਿਰਚੌਫਸ ਲਾਅ ਨੈਕਸਟ ਦੇ ਵਿੱਚ ਕਰਾਂਗੇ। 31 ਦੇਖੋ ਬੱਚੇ, ਖੁਦ ਟਰਾਈ ਕਰਨ ਦੀ ਕੋਸ਼ਿਸ਼ ਕਰੋ। ਇਫ ਦ ਟੈਂਪਰੇਚਰ ਆਫ ਅ ਕੰਡਕਟਰ ਇਨਕਰੀਜ਼ ਦੈਨ ਕੰਡਕਟਿਵਿਟੀ ਨੂੰ ਕੀ ਹੋਏਗਾ। ਬੱਚੇ ਹੁਣ ਕੰਡਕਟਿਵਿਟੀ 'ਚ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ, ਸਾਨੂੰ ਰੈਜ਼ਿਸਟਿਵਿਟੀ ਵਾਲੇ ਆਉਂਦੇ ਆ, ਠੀਕ ਹੈ। ਅਸੀਂ ਕੀ ਕਿਹਾ ਸੀ, ਅਗਰ ਕੰਡਕਟਰ ਦਾ ਟੈਂਪਰੇਚਰ ਇਨਕਰੀਜ਼ ਹੁੰਦਾ ਆ ਤਾਂ ਰੈਜ਼ਿਸਟਿਵਿਟੀ ਕੀ ਹੋ ਜਾਂਦੀ ਆ ਇਨਕਰੀਜ਼ ਹੋ ਜਾਂਦੀ ਆ। ਇਹਦਾ ਮਤਲਬ ਕੰਡਕਟਿਵਿਟੀ ਕੀ ਹੋਊਗੀ ਡਿਕਰੀਜ਼, ਕਿਉਂਕਿ ਰੈਜ਼ਿਸਟਿਵਿਟੀ ਤੋਂ ਉਲਟਾ ਹੁੰਦਾ ਆ ਕੰਡਕਟਿਵਿਟੀ। ਸੋ ਅਸੀਂ ਕੰਡਕਟਰ ਦੇ ਕੇਸ ਦੀ ਗੱਲ ਕਰ ਰਹੇ ਹਾਂ, ਕੰਡਕਟਰ ਦੇ ਵਿੱਚ ਉਹਨਾਂ ਨੇ ਕਿਹਾ ਇਨਕਰੀਜ਼ ਕਰ ਦਿੱਤਾ ਤਾਂ ਕੰਡਕਟਿਵਿਟੀ ਕੀ ਹੋ ਜਾਊਗੀ ਡਿਕਰੀਜ਼। ਸੋ 31st ਦਾ ਬੱਚੇ ਜਿਹੜਾ ਆਨਸਰ ਆ ਉਹ ਕਿੰਨਾ ਆ ਜਾਏਗਾ B ਡਿਕਰੀਜ਼। ਨੈਕਸਟ ਦੇਖੋ, ਇਹ ਵੀ ਪਾਵਰ ਵਾਲਾ, ਸੋ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਵੈਨ ਅ ਵਾਇਰ ਇਜ਼ ਸਟ੍ਰੈਚ ਟੂ ਮੇਕ ਇਟਸ ਲੈਂਥ 4 times। ਸੋ ਬੱਚੇ ਇੱਦਾਂ ਦੇ ਆਪਾਂ ਕੁਐਸਚਨ 2-3 ਕਰ ਚੁੱਕੇ ਹਾਂ, ਖੁਦ ਟਰਾਈ ਕਰਕੇ ਦੇਖੋ, ਮੈਂ ਨਹੀਂ ਸੋਲਵ ਕਰਵਾਉਣਾ। ਅਗਰ ਤੁਹਾਨੂੰ ਪ੍ਰੋਬਲਮ ਆਏਗੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ, ਮੈਂ ਤੁਹਾਨੂੰ ਸੋਲਵ ਕਰਕੇ ਦੱਸ ਦੂੰਗੀ। 33rd ਦਾ ਬੱਚੇ ਵੈਸੇ ਆਨਸਰ ਆਏਗਾ ਅਨਚੇਂਜ। ਆਨਸਰ ਦੱਸ ਦਿੱਤਾ, ਆਪ ਖੁਦ ਸੋਲਵ ਕਰਕੇ ਦੇਖ ਲੈਣਾ ਔਰ ਆਨਸਰ ਚੈੱਕ ਕਰ ਲੈਣਾ ਕਿ ਤੁਹਾਡਾ ਸੇਮ ਆ ਰਿਹਾ ਕਿ ਨਹੀਂ ਆ ਰਿਹਾ। ਨੈਕਸਟ ਕੁਐਸਚਨ ਵੀ ਬੱਚੇ ਸੇਮ ਆ, ਇਹਦਾ ਆਨਸਰ ਵੀ ਅਨਚੇਂਜ ਹੀ ਆਏਗਾ। ਸੋ ਇਹਦਾ ਆਨਸਰ ਵੀ ਜਿਹੜਾ ਆ ਅਨਚੇਂਜ ਹੀ ਆਏਗਾ। ਕਲੀਅਰ ਹੋ ਗਿਆ। ਸੋ ਖੁਦ ਸੋਲਵ ਕਰਕੇ ਦੇਖ ਲੈਣਾ ਬੱਚੇ, ਨਹੀਂ ਹੋਏਗਾ ਤਾਂ ਮੈਂ ਕਰਵਾਉਂਗੀ। ਨੈਕਸਟ
ਬੱਚੇ ਨੈਕਸਟ ਕੁਐਸਚਨ ਕਰਨ ਦੇ ਲਈ ਤੁਹਾਨੂੰ ਆ ਟੇਬਲ ਚੰਗੀ ਤਰੀਕੇ ਨਾਲ ਲਰਨ ਹੋਣਾ ਚਾਹੀਦਾ। ਸੋ ਬਲੈਕ, ਬਰਾਊਨ, ਰੈੱਡ, ਔਰੇਂਜ, ਯੈਲੋ, ਗ੍ਰੀਨ, ਬਲੂ, ਵਾਇਲਟ, ਗ੍ਰੇ, ਵਾਈਟ, ਗੋਲਡ, ਸਿਲਵਰ। ਸੋ ਇਹ ਕਲਰ ਕਿੱਥੋਂ ਬਣੇ, ਇਹਦੀ ਇੱਕ ਛੋਟੀ ਜਿਹੀ ਟ੍ਰਿਕ ਆ ਜਿਹੜੀ ਤੁਸੀਂ ਟ੍ਰਿਕ ਲਰਨ ਕਰਨੀ ਆ। ਬੀਬੀ ਰॉय ऑफ ग्रेट ब्रिटेन हैज़ वेरी गुड वाइफ वेयरिंग गोल्ड सिल्वर नेकलेस। ਜਾਂ ਤਾਂ ਬੱਚੇ ਤੁਸੀਂ ਆ ਲਾਈਨ ਜਿਹੜੀ ਆ ਲਰਨ ਕਰ ਲਓ। ਅਗਰ ਤੁਹਾਨੂੰ ਇਹ ਲਾਈਨ ਔਖੀ ਲੱਗਦੀ ਆ ਤਾਂ ਤੁਸੀਂ ਆ ਯਾਦ ਕਰ ਲਓ, black brown rod of your gate becomes very good when given silver gold। B मतलब black, brown, R मतलब red, ठीक है, O मतलब ऑरेंज, वाई मतलब येलो, जी मतलब ग्रीन, बी मतलब ब्लू, वी मतलब। सो सारे बच्चे कलर्स ਜਿਹੜੇ ਆ ਤੁਸੀਂ ਸੀਰੀਅਲ ਆਰਡਰ ਦੇ ਵਿੱਚ ਲਰਨ ਕਰ ਸਕਦੇ ਆ। ਵਾਇਲਟ, ਗ੍ਰੀਨ, ਠੀਕ ਹੈ। ਸੋ ਸਟਾਰਟ ਕਰਨੇ ਆ ਬੱਚੇ ਅਸੀਂ ਨੰਬਰ 0 ਤੋਂ। ਯਾਦ ਰੱਖਣਾ 0 ਤੋਂ ਕਰਨਾ ਬੱਚੇ, ਆਲਵੇਜ਼ 1 ਤੋਂ ਸਟਾਰਟ ਕਰਦੇ ਆ ਕਿ ਬਰਾਊਨ ਨੂੰ ਦੇ ਦਿੱਤਾ 1 ਨੰਬਰ, ਬਰਾਊਨ ਨੂੰ ਦੇ ਦਿੱਤਾ 2 ਨੰਬਰ, ਜਿਹਦੀ ਵਜ੍ਹਾ ਨਾਲ ਸਾਰਾ ਨੂਮੈਰੀਕਲ ਗਲਤ ਹੋ ਜਾਂਦਾ। ਆਲਵੇਜ਼ ਸਟਾਰਟਿੰਗ ਕਿੱਥੋਂ ਕਰਨੀ ਆ, 0 ਤੋਂ। ਸੋ ਪਾਵਰ ਵੀ 0 ਤੋਂ ਹੀ ਹੋਏਗੀ ਸਟਾਰਟ। ਡਨ। ਸੋ ਬੱਚੇ ਆਹ ਟੇਬਲ ਹੋ ਗਿਆ ਤੁਹਾਨੂੰ, ਇੱਕ ਵਾਰੀ ਤੁਸੀਂ ਦੇਖ ਲਿਆ, ਵੈਸੇ ਤਾਂ ਤੁਹਾਨੂੰ ਲਰਨ ਹੋਏਗਾ। ਸੋ ਆਹ ਟੇਬਲ ਦੇਖਣ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਕੁਐਸਚਨ 'ਤੇ, ਮੇਨ ਕੁਐਸਚਨ 'ਤੇ ਚੱਲਦੇ ਹਾਂ। ਸੋ ਬੱਚੇ ਚਲੋ ਆਪਾਂ ਇਹਨੂੰ ਸੋਲਵ ਕਰਕੇ ਦੇਖਦੇ ਹਾਂ। ਨੰਬਰ 1 ਇਜ਼ ਅ ਗ੍ਰੀਨ। ਗ੍ਰੀਨ 'ਤੇ ਕਿਹੜਾ ਨੰਬਰ ਹੈ, 5th ਨੰਬਰ 'ਤੇ। ਦੈਨ ਔਰੇਂਜ, ਔਰੇਂਜ 'ਤੇ 3rd ਨੰਬਰ 'ਤੇ। ਨੈਕਸਟ ਮਲਟੀਪਲਾਈ 10⁻⁶। ਸੋ ਆਪਸ਼ਨ ਬੱਚੇ ਫਾਰਮੂਲਾ ਕੀ ਹੁੰਦਾ, AB ਮਲਟੀਪਲਾਈ ਬਾਈ 10⁻⁶ ਪਲਸ ਮਾਈਨਸ ਟੋਰਲੈਂਸ, ਠੀਕ ਹੈ। ਸੋ ਬਲੈਕ, ਬਲੈਕ ਬੱਚੇ ਹੁਣ 10⁻⁴ ਦੇਖੋ, 10⁻�0 ਤੇ ਆਏਗਾ, ਪਲਸ ਮਾਈਨਸ ਟੋਰਲੈਂਸ। ਗੋਲਡ ਦਾ ਨੰਬਰ ਕਿੰਨਾ ਹੁੰਦਾ, 5%। ਸੋ ਆਹ ਆਨਸਰ ਆ ਗਿਆ। ਸੋ ਲੱਭ ਲਓ ਬੱਚੇ 53 × 10⁻�0 ਪਲਸ ਮਾਈਨਸ 5%। ਸੋ ਇਹ ਆਪਸ਼ਨ ਹੈ। ਸੋ 35th ਦਾ ਬੱਚੇ ਤੁਹਾਡਾ ਆਪਸ਼ਨ ਨੰਬਰ ਆ ਗਈ A। ਡਨ। ਸੋ ਅਗਲਾ ਦੇਖੋ 36 ਫॉर अ कंडक्टर the relation between current density and conductivity and electric field intensity। ਸੋ ਇਹਦਾ ਆਨਸਰ ਆਏਗਾ ਬੱਚੇ B ਆਪਸ਼ਨ, ਜਾਊਲ। J इज इक्वल्स टू सिग्मा एप्सिलॉन नॉट, सिग्मा E ਵੈਕਟਰ, ਠੀਕ ਹੈ ਜੀ ਬੱਚੇ, ਆ ਆਨਸਰ ਆਏਗਾ। ਸੋ ਆਪਾਂ ਰਿਜ਼ਲਟ ਜਿਹੜਾ ਆ ਕਰੰਟ ਡੈਂਸਿਟੀ ਵਾਲਾ ਕਰ ਚੁੱਕੇ ਹਾਂ। ਸੋ ਉੱਥੋਂ ਤੁਹਾਡਾ ਫਾਈਨਲ ਰਿਜ਼ਲਟ ਆਏਗਾ। ਨੈਕਸਟ ਕੁਐਸਚਨ ਬੱਚੇ ਤੁਹਾਡੇ ਜਿਹੜੇ ਆ ਉਹ ਨੈਕਸਟ ਚੈਪਟਰ ਦੇ ਆ। ਸੋ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਬੱਚੇ ਚੰਗੀ ਤਰੀਕੇ ਨਾਲ ਕਲੀਅਰ ਹੋ ਗਏ ਹੋਣਗੇ। ਬਟ ਫਿਰ ਵੀ ਅਗਰ ਕਿਸੇ ਤਰ੍ਹਾਂ ਦੀ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ, ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਆ। ਸੋ ਪਲੀਜ਼ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਤੱਕ ਸ਼ੇਅਰ ਜ਼ਰੂਰ ਕਰ ਦੇਣਾ, ਵੀਡੀਓ ਨੂੰ ਲਾਈਕ ਕਰ ਦੇਣਾ। ਅਗਰ ਚੈਨਲ 'ਤੇ ਫਸਟ ਟਾਈਮ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸੋ ਬੱਚੇ ਹੁਣ ਤੁਸੀਂ ਡਿਸਕ੍ਰਿਪਸ਼ਨ ਬਾਕਸ ਓਪਨ ਕਰਕੇ ਉਹਦੇ ਵਿੱਚ ਮੋਕ ਟੈਸਟ ਹੈ, ਮੋਕ ਟੈਸਟ ਦਾ ਲਿੰਕ ਓਪਨ ਕਰਕੇ ਤੁਸੀਂ ਆਪਣਾ ਟੈਸਟ ਦੇ ਸਕਦੇ ਆ। ਥੈਂਕ ਯੂ ਸੋ ਮਚ।